ਹਾਂਜੀ ਸਟੂਡੈਂਟ, ਵੈਲਕਮ ਬੈਕ। ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ। ਮੈਂ ਕ੍ਰਿਸ਼ਨ ਯਾਦਵ ਤੁਹਾਡਾ ਅੱਜ ਦੀ ਕਲਾਸ ਦੇ ਸੈਸ਼ਨ 'ਚ ਸਵਾਗਤ ਕਰਦਾ ਹਾਂ। ਤਾਂ ਅੱਜ ਅਸੀਂ ਲੈਕਚਰਰ ਹਿਸਟਰੀ ਵਾਸਤੇ ਤੇ ਅਲੱਗ-ਅਲੱਗ ਕੰਪੀਟੀਸ਼ਨ ਜਿਹੜੇ ਨੇ ਉਹਨਾਂ ਦੇ ਵਿੱਚ ਜੇ ਵਰਲਡ ਹਿਸਟਰੀ ਦਾ ਟੌਪਿਕ ਪੁੱਛਿਆ ਜਾਂਦਾ ਤਾਂ ਉਹਦਾ ਇੱਕ ਵੈਰੀ ਇੰਪੋਰਟੈਂਟ ਟੌਪਿਕ ਆਪਾਂ ਅੱਜ ਕਰਾਂਗੇ, ਜਿਹਦਾ ਨਾਮ ਹੈ ਜੀ ਫ੍ਰੈਂਚ ਰੈਵੋਲੂਸ਼ਨ, ਫਰਾਂਸ ਦੀ ਕ੍ਰਾਂਤੀ। ਤਾਂ ਹੁਣ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਜਿਹੜੀ ਫਰਾਂਸ ਦੀ ਕ੍ਰਾਂਤੀ ਸੀਗੀ, ਬੇਸਿਕਲੀ ਇਹ ਹੋਈ ਕਦੋਂ ਹੈ? ਤਾਂ ਇਹਦਾ ਟਾਈਮ ਪੀਰੀਅਡ ਅਸੀਂ 1799 ਤੋਂ ਲੈ ਕੇ 1799 ਤੱਕ ਦਾ ਮੰਨਦੇ ਹੈਗੇ। ਤਾਂ ਬੜਾ ਇੰਪੋਰਟੈਂਟ ਹੈ ਚੈਪਟਰ ਜੀ ਇਹ। ਤਾਂ ਚਲੋ, ਤਾਂ ਦੇਖੋ ਬਈ, ਜਿਹੜੀ ਫਰਾਂਸ ਦੀ ਕ੍ਰਾਂਤੀ ਹੋਈ ਸੀਗੀ ਇਹਦਾ ਟਾਈਮ ਪੀਰੀਅਡ ਅਸੀਂ 1799 ਤੋਂ ਲੈ ਕੇ 1799 ਦਾ ਟਾਈਮ ਪੀਰੀਅਡ ਮੰਨਦੇ ਹੁੰਦੇ ਹਾਂ। ਠੀਕ ਹੈ, ਇਹਨੇ ਸੰਸਾਰ ਤੇ ਬੜਾ ਅਸਰ ਪਾਇਆ। ਬੜਾ ਅਸਰ ਕੀ ਪਾਇਆ? ਕਿਉਂਕਿ ਜਦੋਂ ਅਸੀਂ ਸਾਡੇ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਮੌਲਿਕ ਅਧਿਕਾਰਾਂ ਸੰਬੰਧੀ ਜਿਹੜੀ ਪਹਿਲੀ ਵਾਰ ਗੱਲ ਕੀਤੀ ਗਈ ਸੀ ਉਹ ਕੀਤੀ ਗਈ ਸੀ ਇੰਗਲੈਂਡ ਦੇ ਵਿੱਚ। ਠੀਕ ਹੈ, ਇੰਗਲੈਂਡ ਦੇ ਵਿੱਚ 1215 ਦੇ ਵਿੱਚ ਜਿਹੜਾ ਸਮਰਾਟ ਜੌਨ ਸੀ ਤਾਂ ਉਹਨੇ ਪਹਿਲੀ ਵਾਰ ਗੱਲ ਕੀਤੀ ਸੀਗੀ, ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਸੀ ਤੇ ਉਹਨੇ ਕੁਝ ਅਧਿਕਾਰ ਪੱਤਰ ਜਾਰੀ ਕੀਤੇ ਸੀ ਜਿਹਨੂੰ ਮੈਗਨਾ ਕਾਰਟਾ ਦੇ ਨਾਮ ਨਾਲ ਜਾਣਦੇ ਆ। ਤੇ ਉਸ ਤੋਂ ਬਾਅਦ ਜਦੋਂ ਅਮਰੀਕਾ ਦੀ ਕ੍ਰਾਂਤੀ ਹੋਈ ਹੈ ਤੇ ਉਸ ਤੋਂ ਬਾਅਦ ਅਮਰੀਕਾ ਦਾ ਜਦੋਂ ਸੰਵਿਧਾਨ ਬਣਾਇਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਜਦੋਂ ਬਿਲ ਆਫ ਰਾਈਟ ਨੂੰ ਸ਼ਾਮਲ ਕੀਤਾ ਸੀ ਤਾਂ ਉਹਨੂੰ ਵੀ ਇੱਕ ਵੱਡਾ ਰੈਵੋਲੂਸ਼ਨ ਮੰਨਿਆ ਗਿਆ ਸੀਗਾ। ਤੇ ਉਸ ਤੋਂ ਬਾਅਦ ਜੇ ਅਸੀਂ ਤੀਸਰਾ ਪ੍ਰਭਾਵ ਦੇਖਦੇ ਹਾਂ ਦੁਨੀਆ ਦੇ ਵਿੱਚ ਤਾਂ ਉਹ ਸੀਗਾ ਫਰਾਂਸ ਦੀ ਕ੍ਰਾਂਤੀ। ਫਰਾਂਸ ਦੀ ਕ੍ਰਾਂਤੀ ਤੋਂ ਬਾਅਦ ਹੀ ਦੁਨੀਆ ਦੇ ਵਿੱਚ ਬਹੁਤ ਸਾਰੇ ਕੰਸੈਪਟ ਜਿਹੜੇ ਸੀ ਉਹ ਡਿਵੈਲਪ ਹੋਏ ਸੀਗੇ, ਜਿਵੇਂ ਸਮਾਨਤਾ ਸੁਤੰਤਰਤਾ ਦੀ ਗੱਲ ਕੀਤੀ ਗਈ ਸੀ, ਬਰਾਬਰਤਾ ਦੀ ਗੱਲ ਕੀਤੀ ਗਈ ਸੀ। ਤਾਂ ਉਹ ਸਾਰੇ ਦੇ ਸਾਰੇ ਬੜੀਆਂ ਚੀਜ਼ਾਂ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਇਹਦੇ ਉੱਪਰ, ਕਿਹੜੇ ਕਿਹੜੇ ਪ੍ਰਭਾਵ ਇਹਦੇ ਉੱਪਰ ਜ਼ਿਆਦਾ ਪਏ ਨੇ। ਠੀਕ ਹੈ, ਤਾਂ ਆਪਾਂ ਦੇਖਾਂਗੇ ਇਹਦੇ ਵਿੱਚ ਪੜਾਂਗੇ ਇਹਨੂੰ ਵੀ ਸਭ ਤੋਂ ਪਹਿਲਾਂ ਦੇਖੋ ਰਾਜਸ਼ਾਹੀ ਸੀ, ਬੋਰਬਨ ਵੰਸ਼ ਦਾ ਰਾਜ ਹੋਇਆ ਸੀਗਾ। ਉਸ ਤੋਂ ਬਾਅਦ ਫਿਰ ਇੱਥੇ ਗਣਤੰਤਰ ਕਾਇਮ ਹੋਇਆ ਤੇ ਫਿਰ ਦੁਬਾਰਾ ਤੋਂ ਫਿਰ ਤੋਂ ਨੈਪੋਲੀਅਨ ਦੀ ਅਗਵਾਈ ਦੇ ਵਿੱਚ ਉੱਥੇ ਫਿਰ ਤੋਂ ਦੁਬਾਰਾ ਰਾਜਸ਼ਾਹੀ ਕਹ ਲਓ ਜਾਂ ਫਿਰ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਜਿਹੜੀ ਸੀ ਉਹ ਡਿਵੈਲਪ ਹੋ ਗਈ ਸੀ ਜੀ। ਠੀਕ ਹੈ, ਹਾਂਜੀ। ਤਾਂ ਫਰਾਂਸ ਦੀ ਕ੍ਰਾਂਤੀ ਦੇ ਕਿਹੜੇ ਕਿਹੜੇ ਕਾਰਨ ਨੇਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਡਿਸਕਸ ਕਰਾਂਗੇ। ਤਾਂ ਇਹਦੇ ਵਿੱਚ ਮੈਂ 4 ਪੁਆਇੰਟਸ ਦੇਖੇ ਨੇਗੇ। ਤਾਂ ਸਭ ਤੋਂ ਪਹਿਲਾ ਕਾਰਨ ਅਸੀਂ ਦੇਖਾਂਗੇ ਜੀ ਰਾਜਨੀਤਿਕ ਕਾਰਨ ਹੈਗਾ। ਠੀਕ ਹੈ, ਸਮਾਜਿਕ ਕਾਰਨ ਕਿਹੜੇ ਕਿਹੜੇ ਆ, ਆਰਥਿਕ ਕਾਰਨ ਕਿਹੜੇ ਕਿਹੜੇ ਤੇ ਬੌਧਿਕ ਕਾਰਨ ਕਿਹੜੇ ਕਿਹੜੇ। ਇਹ ਤਾਂ ਸਾਰੀਆਂ ਗੱਲਾਂ ਆਪਾਂ ਦੇਖਾਂਗੇ ਇਹਦੇ ਵਿੱਚ। ਅਵਤਾਰ ਜੀ ਤੁਸੀਂ ਆਪਣੀ ਤਿਆਰੀ ਰੱਖੋ, ਠੀਕ ਹੈ ਨਾ। ਮਸਲੇ ਸਾਰੇ ਛੋਟੇ ਮਸਲੇ ਨੇ, ਬੜੇ ਵੱਡੇ ਮਸਲੇ ਹੈ ਨਹੀਂਗੇ, ਇਹ ਹੱਲ ਹੋ ਜਾਣਗੇ, ਕੋਈ ਗੱਲ ਨਹੀਂ ਹੈ। ਹਾਂਜੀ, ਤਾਂ ਰਾਜਨੀਤਿਕ ਮਸਲਾ, ਸਮਾਜਿਕ ਮਸਲਾ, ਆਰਥਿਕ ਮਸਲਾ ਤੇ ਭੌਤਿਕ ਮਸਲਾ ਕੀ ਸੀਗਾ ਜਿਹੜਾ ਇਹਦਾ ਕਾਰਨ ਬਣ ਗਿਆ। ਠੀਕ ਹੈ ਨਾ, ਇਹ ਮਸਲੇ ਤਾਂ ਛੋਟੇ ਮੋਟੇ ਨੇ, ਆਪਾਂ ਆਹ ਮਸਲੇ ਬਾਰੇ ਗੱਲ ਕਰਨੀ। ਠੀਕ ਹੈ ਜੀ, ਤਾਂ ਇਹ ਕਾਰਨ ਸੀ ਬਈ ਕਿਹੜੇ ਕਿਹੜੇ ਸੀਗੇ ਕਾਰਨ। ਠੀਕ ਹੈ, ਰਾਜਨੀਤਿਕ, ਸਮਾਜਿਕ ਤੇ ਆਰਥਿਕ ਤੇ ਬੌਧਿਕ ਕਾਰਨ ਆਪਾਂ ਇਹਨੂੰ ਕੱਲੇ ਕੱਲੇ ਨੂੰ ਡਿਸਕਸ ਕਰਾਂਗੇ, ਦੇਖਾਂਗੇ ਇਹਦੇ ਵਿੱਚ। ਤਾਂ ਦੇਖੋ ਬਈ, ਫਰਾਂਸ ਦੇ ਵਿੱਚ ਕ੍ਰਾਂਤੀ ਹੋਈ ਹੈ ਤੇ ਫਰਾਂਸ ਦੇ ਵਿੱਚ ਕ੍ਰਾਂਤੀ ਨੂੰ ਜਾਣਨ ਤੋਂ ਪਹਿਲਾਂ ਅਸੀਂ ਇਹ ਦੇਖ ਲਈਏ ਵੀ ਉੱਥੋਂ ਦਾ ਜਿਹੜਾ ਪੋਲੀਟੀਕਲ ਸਟਰਕਚਰ ਸੀ ਉਹ ਕੀ ਸੀਗਾ। ਤਾਂ ਹੁਣ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਦੇ ਵਿੱਚ ਜਿਹੜਾ ਸ਼ਾਸਕ ਜਾਂ ਜਿਹੜੇ ਵੰਸ਼ ਦਾ ਸ਼ਾਸਕ ਰਾਜ ਕਰ ਰਿਹਾ ਸੀਗਾ ਉਹ ਕਰ ਰਿਹਾ ਸੀ ਲੂਈ 16ਵਾਂ। ਤਾਂ ਕਿਹੜੇ ਵੰਸ਼ ਨੂੰ ਬਿਲੋਂਗ ਕਰਦਾ ਸੀ? ਬੋਰਬਨ ਵੰਸ਼ ਨੂੰ, ਜਾਂ ਜਿਹਨੂੰ ਅਸੀਂ ਬੋਰਬੋ ਵੰਸ਼ ਵੀ ਆਖ ਦਿੰਦੇ ਹੁੰਦੇ ਹਾਂ। ਠੀਕ ਹੈ, ਤੇ ਇਹ ਕਾਫੀ ਮਹਾਨ ਰਾਜਾ ਸੀ ਵੈਸੇ ਤਾਂ। ਠੀਕ ਹੈ, ਤੇ ਇੰਗਲੈਂਡ ਦੇ ਨਾਲ ਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਨਾਲ ਨੇ ਕਾਫੀ ਸਾਰੇ ਯੁੱਧ ਕੀਤੇ ਸੀ ਤੇ ਉਹਦੇ ਵਿੱਚ ਫਰਾਂਸ ਨੂੰ ਇਹਨੇ ਕਾਫੀ ਸਾਰੀਆਂ ਜਿੱਤਾਂ ਜਿਹੜੀ ਸੀ ਉਹ ਦਵਾਈਆਂ ਸੀਗੀਆਂ। 1643 ਤੋਂ ਲੈ ਕੇ 1715 ਟਾਈਮ ਦਾ ਇਹਦਾ ਮਤਲਬ ਟਾਈਮ ਪੀਰੀਅਡ ਮੰਨਿਆ ਜਾਂਦਾ ਹੈਗਾ। ਤੇ ਇਹਨੇ ਕੀ ਕੀਤਾ ਜੀ? ਅਨੇਕਾਂ ਜਿੱਤਾਂ ਦਵਾਈਆਂ ਸੀਗੀਆਂ ਤੇ ਇਹਨੇ ਕੀ ਕੀਤਾ ਸੀ? ਮੇਨ ਕੰਮ ਜਿਹੜਾ ਉਹ ਸ਼ਕਤੀ ਦਾ ਸੈਂਟਰਲਾਈਜ਼ੇਸ਼ਨ ਕਰ ਲਿਆ ਸੀ, ਪਾਵਰਾਂ ਦਾ ਸੈਂਟਰਲਾਈਜ਼ੇਸ਼ਨ ਕਰ ਲਿਆ ਸੀਗਾ। ਪਹਿਲਾਂ ਪਾਵਰਾਂ ਇਹਦੇ ਸਮੰਤਾ ਕੋਲ ਹੁੰਦੀਆਂ ਸੀ ਤਾਂ ਇਹਨੇ ਹੌਲੀ ਹੌਲੀ ਸਮੰਤਾ ਦੀ ਪਾਵਰ ਨੂੰ ਕੀ ਕਰਤਾ ਸੀ? ਘਟਾਉਣਾ ਸ਼ੁਰੂ ਕਰਤਾ ਸੀਗਾ। ਠੀਕ ਹੈ, ਪਰ ਜਿਹੜਾ ਨੈਗੇਟਿਵ ਪ੍ਰਭਾਵ ਕੀ ਪਿਆ ਇਹਦਾ? ਨੈਗੇਟਿਵ ਪ੍ਰਭਾਵ ਇਹ ਪਿਆ ਵੀ ਇਹਨੇ, ਕਿਉਂਕਿ ਬਹੁਤ ਸਾਰੇ ਯੁੱਧਾਂ ਦੇ ਵਿੱਚ ਭਾਵੇਂ ਫਰਾਂਸ ਨੂੰ ਜਿੱਤਾਂ ਤਾਂ ਦਵਾਤੀਆਂ ਸੀਗੀਆਂ, ਪਰ ਉਹਦਾ ਨੈਗੇਟਿਵ ਪ੍ਰਭਾਵ ਇਹ ਪਿਆ ਵੀ ਉਹਦੇ ਨਾਲ ਫਿਰ ਇੰਗਲੈਂਡ ਦੇ ਉੱਪਰ ਉਹਦਾ ਡੈਪਟ ਵੱਧਦਾ ਗਿਆ, ਮਤਲਬ ਉਹਦਾ ਲੋਨ ਜਿਹੜਾ ਵੱਧਦਾ ਗਿਆ। ਠੀਕ ਹੈ ਜੀ, ਉਹਦਾ ਲੋਨ ਕੀ ਵੱਧਦਾ ਗਿਆ ਸੀ? ਲੋਨ ਵੱਧਦਾ ਗਿਆ। ਤੇ ਜਿਹੜਾ ਫਰਾਂਸ ਦੀ ਗੱਲ ਕਰਦੇ, ਇੰਗਲੈਂਡ ਨਹੀਂ, ਸੌਰੀ। ਤੇ ਫਰਾਂਸ ਦਾ ਲੋਨ ਇੰਨਾ ਵੱਧ ਗਿਆ ਵੀ ਉਹਨੂੰ ਚੁਕਾਉਣਾ ਔਖਾ ਹੋ ਗਿਆ। ਠੀਕ ਹੈ ਨਾ, ਤਾਂ ਇਹ ਬੜਾ ਨੁਕਸਾਨ ਹੋਇਆ ਇਹਦੇ ਕਰਕੇ। ਤਾਂ ਇਹ ਸੀਗਾ ਪਹਿਲਾ ਜਿੱਥੋਂ ਆਪਾਂ ਗੱਲ ਕਰਦੇ ਹੈਗੇ, ਲੂਈ 14ਵਾਂ ਸੀਗਾ। ਤੇ ਇਸ ਤੋਂ ਬਾਅਦ ਲੂਈ 15ਵਾਂ ਜਿਹੜਾ ਸੀਗਾ ਇਹ ਫਰਾਂਸ ਦੀ ਗੱਦੀ ਦੇ ਉੱਪਰ ਬਹਿੰਦਾ ਆ ਕੇ। ਇਹਦੇ ਕਾਲ ਦੇ ਵਿੱਚ ਵੀ, ਕਿਉਂਕਿ ਇਹ ਵੀ ਯੁੱਧਾਂ ਦੇ ਵਿੱਚ ਉਲਝਿਆ ਰਿਹਾ ਸੀਗਾ ਹਨਾ, ਇਹਦੇ ਕਾਲ ਦੇ ਵਿੱਚ ਵੀ ਆ ਕੇ ਲੋਨ ਕਾਫੀ ਵੱਡੀ ਮਾਤਰਾ ਦੇ ਵਿੱਚ ਵੱਧ ਗਿਆ ਸੀ ਫਰਾਂਸ ਦਾ। ਇੱਕ ਜਿਹੜਾ ਸਭ ਤੋਂ ਮੇਨ ਕਾਰਨ ਸੀਗਾ ਜਿਹੜਾ ਲੋਨ ਵਧਣ ਦਾ, ਉਹ ਸੀ ਇੰਗਲੈਂਡ ਦੇ ਨਾਲ ਕੀਤਾ ਗਿਆ 7 ਸਾਲਾਂ ਯੁੱਧ। ਤਾਂ ਜਿਹੜਾ 7 ਸਾਲਾਂ ਯੁੱਧ ਸੀ ਇਹ 1756 ਤੋਂ ਲੈ ਕੇ 1763 ਤੱਕ ਚੱਲਿਆ ਹੈਗਾ। ਲਗਾਤਾਰ 7 ਸਾਲ ਇਹ ਯੁੱਧ ਚੱਲਿਆ ਸੀਗਾ, ਜਿਹਦੇ ਵਿੱਚ ਭਾਵੇਂ ਫਰਾਂਸ ਨੂੰ ਇੱਕ ਤਰ੍ਹਾਂ ਦਾ ਜਿੱਤ ਦਾ ਸਾਹਮਣਾ ਕਰਨਾ ਪਿਆ ਸੀਗਾ। ਠੀਕ ਹੈ, ਮਤਲਬ ਪਰ ਫਿਰ ਵੀ ਕੀ ਹੋਇਆ, ਇਹਦੇ ਨਾਲ ਇਹਦਾ ਲੋਨ ਵੱਡੀ ਮਾਤਰਾ ਦੇ ਵਿੱਚ ਕੀ ਹੋ ਗਿਆ ਸੀਗਾ? ਵੱਧ ਗਿਆ ਸੀਗਾ। ਠੀਕ ਹੈ ਨਾ, ਜਿਹਦੇ ਕਰਕੇ ਫਿਰ ਆਪਾਂ ਆਰਥਿਕ ਕਾਰਨਾਂ ਦੇ ਵਿੱਚ ਜਾ ਕੇ ਪੜਾਂਗੇ ਹਨਾ। ਤਾਂ ਲੂਈ 16ਵਾਂ ਜਿਹੜਾ ਸੀ, ਲੂਈ 15ਵਾਂ ਜਿਹੜਾ ਸੀਗਾ, ਇਹ ਕੋਈ ਬਾਹਲਾ ਵਧੀਆ ਰਾਜਾ ਸਾਬਤ ਨਹੀਂ ਹੋਇਆ ਸੀਗਾ। ਐਡਮਿਨਿਸਟ੍ਰੇਸ਼ਨ ਤੌਰ ਤੇ ਇਹ ਆਪਣੇ ਪਿਤਾ ਦੇ ਮੁਕਾਬਲੇ ਇਹ ਇੰਨਾ ਮਹਾਨ ਰਾਜਾ ਇਹ ਨਹੀਂ ਮੰਨਿਆ ਜਾਂਦਾ।
ਫਿਰ ਉਸ ਤੋਂ ਬਾਅਦ ਲੂਈ 16ਵਾਂ ਜਿਹੜਾ ਹੈਗਾ ਇਹ ਗੱਦੀ ਦੇ ਉੱਪਰ ਆ ਕੇ ਬਹਿੰਦਾ ਹੈਗਾ। 1774 ਤੋਂ ਲੈ ਕੇ 1792 ਤੱਕ ਦਾ ਇਹਦਾ ਕਾਰਜਕਾਲ ਜਿਹੜਾ ਉਹ ਮੰਨਿਆ ਜਾਂਦਾ ਹੁੰਦਾ, ਠੀਕ ਹੈ। ਦੇਖੋ ਇਹ ਇੱਕ ਵਧੀਆ ਸ਼ਾਸਕ ਮੰਨਿਆ ਜਾਂਦਾ ਹੁੰਦਾ ਹੈਗਾ ਲੂਈ 16ਵਾਂ ਜਿਹੜਾ ਹੁੰਦਾ, ਪਰ ਇਹ ਕੋਈ ਰੈਵੋਲੂਸ਼ਨਰੀ ਚੇਂਜਸ ਨਹੀਂ ਲੈ ਕੇ ਆ ਸਕਦਾ, ਉਹਦੇ ਅੰਦਰ ਇੰਨੀ ਹਿੰਮਤ ਨਹੀਂ ਹੁੰਦੀ ਹੈਗੀ। ਇਹਦੀ ਜਿਹੜੀ ਪਤਨੀ ਸੀਗੀ ਇਹ ਆਸਟਰੀਆ ਦੀ ਰਾਜਕੁਮਾਰੀ ਸੀਗੀ ਮੈਰੀ ਐਂਟੋਨੀਓ, ਤੇ ਇਹ ਮੰਨਿਆ ਜਾਂਦਾ ਵੀ ਇਹਦੀ ਇਹ ਮੁੱਖ ਸਲਾਹਕਾਰ ਵੀ ਸੀਗੀ, ਪਰ ਇਹਦੀ ਸਲਾਹਕਾਰ ਇਹ ਚੰਗੀ ਸਲਾਹਕਾਰ ਨਹੀਂ ਸੀ, ਮਾੜੀ ਸਲਾਹਕਾਰ ਸੀ। ਮਤਲਬ ਜਦੋਂ ਵੀ ਇਹ ਰਾਜੇ ਨੂੰ ਸਲਾਹ ਦਿੰਦੀ ਤਾਂ ਕੋਈ ਨਾ ਕੋਈ ਮੰਨ ਲਓ ਵੀ ਪੰਗਾ ਪਿਆ ਰਹਿੰਦਾ ਸੀਗਾ ਨਾ, ਤਾਂ ਇਹਦੇ ਕਰਕੇ ਇਹਨੂੰ ਬੜਾ ਨੁਕਸਾਨ ਝੱਲਣਾ ਪੈ ਗਿਆ ਸੀ, ਪਰ ਇਹ ਸੁਣਦਾ ਜ਼ਿਆਦਾਤਰ ਮੈਰੀ ਐਂਟੋਨੀਓ ਦੀ ਹੀ ਸੀਗਾ, ਠੀਕ ਹੈ। ਤੇ ਇੱਕ ਵਾਰ ਇਹ ਹੋਇਆ ਵੀ ਜਦੋਂ ਲੋਕਾਂ ਨੇ ਵੱਡੀ ਮਾਤਰਾ ਦੇ ਵਿੱਚ ਇਹ ਅਫਵਾਹ ਫੈਲ ਗਈ ਵੀ ਹਾਂ ਜੀ ਲੋਕਾਂ ਨੂੰ ਭੋਜਨ ਜਿਹੜਾ ਨਹੀਂ, ਅਫਵਾਹ ਨਹੀਂ ਮਤਲਬ ਰਿਐਲਿਟੀ ਸੀ ਇਹ ਫਰਾਂਸ ਦੇ ਵਿੱਚ, ਵੀ ਲੋਕਾਂ ਨੂੰ ਭੋਜਨ ਨਹੀਂ ਮਿਲ ਰਿਹਾ ਹੈਗਾ, ਰੋਟੀ ਦੀ ਮੰਗ ਕਰ ਰਹੇ ਨੇ ਜੀ, ਸਾਨੂੰ ਰੋਟੀ ਦਿਓ, ਹਨਾ। ਉਹ ਕਹਿੰਦੀ ਵੀ ਜੇ ਉਹਦੀ ਸਮਝ ਦੇਖੋ ਕਿਸ ਪ੍ਰਕਾਰ ਦੀ ਸੀਗੀ, ਕਹਿੰਦੀ ਵੀ ਜੇ ਰੋਟੀ ਤੁਹਾਡੇ ਕੋਲ ਨਹੀਂ ਹੈਗੀ ਤਾਂ ਫਿਰ ਤੁਸੀਂ ਬ੍ਰੈਡ ਖਾਓ, ਮਤਲਬ ਜੇ ਤੁਹਾਡੇ ਕੋਲ ਰੋਟੀ ਨਹੀਂ ਹੈਗੀ ਤਾਂ ਫਿਰ ਬ੍ਰੈਡ ਖਾਓ, ਤੁਸੀਂ ਰੋਟੀ ਦੀ ਕਿਉਂ ਮੰਗ ਕਰ ਰਹੇ ਹੋਗੇ, ਹਨਾ। ਮਤਲਬ ਸਮਝ ਦੇਖੋ ਕਿਸ ਪ੍ਰਕਾਰ ਦੀ, ਵੀ ਜੇ ਹੁਣ ਅਗਲੇ ਕੋਲ ਜੇ ਬ੍ਰੈਡ ਹੁੰਦੀ ਤਾਂ ਬ੍ਰੈਡ ਖਾ ਲੈਂਦਾ, ਵੀ ਰੋਟੀ ਮੰਗਣ ਦੀ ਕੀ ਲੋੜ ਸੀ ਉਹਨਾਂ ਨੂੰ। ਮਤਲਬ ਜੇ ਉਹ ਕਹਿੰਦੀ ਵੀ ਦੇਖੋ ਤੁਹਾਡੇ ਕੋਲ ਰੋਟੀ ਨਹੀਂ ਹੈਗੀ ਤਾਂ ਬ੍ਰੈਡ ਖਾ ਲਓ, ਕਿੱਡੀ ਗੱਲ ਹੈ ਫਿਰ, ਹਾਂਜੀ ਚਲੋ। ਤੇ ਕਿਉਂਕਿ ਇਹ ਐਸ਼ਪਰਸਤੀ ਜਿਹੜੀ ਹੈ ਨਾ ਸ਼ੁਰੂ ਤੋਂ ਹੀ, ਤਾਂ ਇਹ ਵਰਸਾਏ ਦਾ ਬੜਾ ਤਕੜਾ ਮਹਿਲ ਬਣਵਾਇਆ ਸੀ ਬਈ, ਠੀਕ ਹੈ। ਤੇ ਅੱਛਾ ਲੂਈ 16ਵੇਂ ਦੀ ਆਪਾਂ ਇੱਕ ਗੱਲ ਹੋਰ ਕਰਦੇ ਹਾਂ ਇਹਦੇ ਵਿੱਚ, ਤਾਂ ਕਿਉਂਕਿ ਜਿਹੜਾ ਇੰਗਲੈਂਡ ਸੀਗਾ, ਇੰਗਲੈਂਡ ਨੇ ਕਬਜ਼ਾ ਕੀਤਾ ਹੋਇਆ ਸੀਗਾ ਅਮਰੀਕਾ ਦੇ ਉੱਪਰ। ਹੁਣ ਬਹੁਤ ਜਿਹੜੇ ਯੁੱਧ ਹੋਏ ਨੇ, ਦੇਖੋ ਆਪਾਂ ਜਿਵੇਂ 7 ਸਾਲਾਂ ਯੁੱਧ ਵੀ ਕਰਕੇ ਆਏ ਹੈਗੇ, 7 ਸਾਲਾਂ ਯੁੱਧ ਦੇ ਵਿੱਚ ਫਰਾਂਸ ਨੂੰ ਵੀ ਵੱਡਾ ਘਾਟਾ ਪਿਆ, ਤੇ ਉਸ ਤੋਂ ਬਾਅਦ ਇੰਗਲੈਂਡ ਨੂੰ ਵੀ ਵੱਡਾ ਘਾਟਾ ਪਿਆ ਇਹਦੇ ਵਿੱਚ, ਆਰਥਿਕ ਹਾਨੀ ਦੋਨਾਂ ਨੂੰ ਹੋਈ ਇਹਦੇ ਵਿੱਚ ਨਾ, ਕਿਉਂਕਿ ਵੱਡੀਆਂ ਪਾਵਰ ਸੀਗੀਆਂ ਤਾਂ ਹਾਨੀ ਦੋਨਾਂ ਨੂੰ ਹੋਈ ਇਹਦੇ ਵਿੱਚ। ਅੱਛਾ ਇਹ ਹੋਇਆ ਕੀ ਫਿਰ, ਇੰਗਲੈਂਡ ਨੇ ਉਸ ਘਾਟੇ ਦੀ ਪੂਰਤੀ ਕਰਨ ਦੇ ਲਈ ਅਮਰੀਕਾ ਦੀ ਕਲੋਨੀਆਂ ਜਿਹੜੀਆਂ ਉਹਦੀਆਂ ਸੀਗੀਆਂ ਉਹਦੇ ਉੱਪਰ ਉਹਨੇ ਟੈਕਸ ਵਧਾਤਾ, ਤੇ ਫਰਾਂਸ ਦਾ ਜਿਹੜਾ ਰਾਜਾ ਸੀਗਾ ਲੂਈ 16ਵਾਂ ਸੀਗਾ, ਜਾਂ ਜਿਹੜਾ ਲੂਈ 15ਵਾਂ ਵੀ ਸੀਗਾ, ਉਹਨੇ ਇਸ ਘਾਟੇ ਦੀ ਪੂਰਤੀ ਕਰਨ ਦੇ ਲਈ ਜਿਹੜੇ ਤੀਸਰਾ ਸਟੇਟ ਆਪਾਂ ਜਾ ਕੇ ਪੜਾਂਗੇ, ਸਮਾਜਿਕ ਕਾਰਨਾਂ ਜਾ ਕੇ ਪੜਾਂਗੇ, ਤਾਂ ਮਤਲਬ ਜਿਹੜੇ ਆਮ ਲੋਕ ਸੀ ਉਹਨਾਂ ਦੇ ਉੱਪਰ ਟੈਕਸ ਦੀ ਮਾਤਰਾ ਨੂੰ ਕੀ ਕਰਤਾ ਸੀਗਾ, ਵਧਾਤਾ ਸੀਗਾ, ਠੀਕ ਹੈ ਨਾ। ਤੇ ਇੱਕ ਗੱਲ ਹੋਰ ਇਹਦੇ ਵਿੱਚ ਕੀ ਸੀਗਾ ਵੀ, ਕਿਉਂਕਿ ਹੁਣ ਜਿਹੜਾ ਫਰਾਂਸ ਸੀਗਾ ਉਹ ਇੰਗਲੈਂਡ ਦਾ ਦੁਸ਼ਮਣ ਸੀਗਾ, ਤੇ ਅਮਰੀਕਾ ਦੇ ਵਿੱਚ ਜਿਹੜੇ ਕ੍ਰਾਂਤੀਕਾਰੀ ਸੀਗੇ ਲੋਕ, ਉਹ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸੀਗੇ, ਤਾਂ ਅਮਰੀਕੀ ਕ੍ਰਾਂਤੀਕਾਰੀਆਂ ਦੀ ਲੂਈ 16ਵੇਂ ਨੇ ਮਦਦ ਵੀ ਕੀਤੀ ਸੀ, ਕਾਫੀ ਆਰਥਿਕ ਮਦਦ ਕੀਤੀ ਸੀ। ਉਹਨੂੰ ਫਾਇਦਾ ਕੀ ਹੋਇਆ, ਫਾਇਦਾ ਤਾਂ ਉਹਨੂੰ ਕੁਝ ਨਹੀਂ ਹੋਇਆ ਸੀਗਾ, ਠੀਕ ਹੈ ਨਾ, ਉਹਨੂੰ ਨੁਕਸਾਨ ਹੀ ਹੋਇਆ ਇੱਕ ਪ੍ਰਕਾਰ ਦਾ, ਪਰ ਉਹ ਬਸ ਇੱਕ ਹੁੰਦਾ ਨਾ ਵੀ ਮੈਂ ਤਾਂ ਭਾਈ ਇਹਨੂੰ ਮਤਲਬ ਇਹਦੀ ਮਦਦ ਕਰਨੀ ਹੈ, ਮੈਂ ਤਾਂ ਮਤਲਬ ਇਹਦੀ ਬੂਥ ਲਵਾਉਣੀ ਹੈ, ਕਿਹਦੀ ਬੂਥ ਲਵਾਉਣੀ ਹੈਗੀ, ਅਸੀਂ ਇੰਗਲੈਂਡ ਦੀ ਬੂਥ ਲਵਾਉਣੀ ਹੈ ਨਾ। ਤੇ ਇਸ ਕਰਕੇ ਉਹਨੇ ਕੀ ਕੀਤਾ ਸੀਗਾ, ਅਮਰੀਕੀ ਕ੍ਰਾਂਤੀਕਾਰੀਆਂ ਦੀ ਮਦਦ ਕੀਤੀ ਸੀ, ਪਰ ਫਾਇਦਾ ਉਹਦਾ ਨੂੰ ਕੁਝ ਨਹੀਂ ਹੋਇਆ ਉਸ ਦੇ ਵਿੱਚ, ਬਸ ਇੱਕ ਮਦਦ ਕੀਤੀ ਹੈ ਤੇ ਜਿਹਦੇ ਕਰਕੇ ਉਹਨੂੰ ਨੁਕਸਾਨ ਹੀ ਝੱਲਣਾ ਪਿਆ, ਕੋਈ ਉਹਨੂੰ ਫਾਇਦਾ ਨਹੀਂ ਹੋਇਆ ਸੀਗਾ, ਠੀਕ ਹੈ। ਅੱਛਾ ਦੇਖੋ ਵਰਸਾਏ ਦਾ ਮਹਿਲ ਬੜਾ ਸੋਹਣਾ ਬਣਾਇਆ ਸੀ ਇਹਨੇ, ਇੱਥੇ ਰਿਹਾ ਕਰਦੇ ਸੀਗੇ, ਇਹ ਫਰਾਂਸ ਤੋਂ ਥੋੜਾ ਜਿਹਾ ਦੂਰ ਸੀਗਾ, ਹਨਾ। ਤਾਂ ਦੇਖੋ ਕਿੰਨਾ ਵਿਹੰਗਮ ਦ੍ਰਿਸ਼ ਹੈ ਇਹਦਾ, ਤੇ ਹਜ਼ਾਰਾਂ ਏਕੜ ਦੇ ਵਿੱਚ ਤਾਂ ਜਿਹੜਾ ਇਹਦਾ ਪਾਰਕ ਵਗੈਰਾ ਉਹ ਫੈਲਿਆ ਹੋਇਆ ਸੀਗਾ, ਤੇ ਮਤਲਬ ਬੜਾ ਸ਼ਾਨਦਾਰ ਮਹਿਲ ਇਹਨੇ ਬਣਵਾਇਆ ਸੀਗਾ ਬਈ, ਠੀਕ ਹੈ। ਤੇ ਦੇਖੋ ਅੱਗੇ, ਅੱਛਾ ਅੱਗੇ ਅਸੀਂ ਦੇਖਦੇ ਹਾਂ ਜੀ ਸਮਾਜਿਕ ਕਾਰਨ ਕਿਹੜੇ ਕਿਹੜੇ ਸੀਗੇ, ਠੀਕ ਹੈ। ਸਮਾਜਿਕ ਕਾਰਨ ਕਿਹੜੇ ਕਿਹੜੇ ਸੀਗੇ, ਸਭ ਤੋਂ ਪਹਿਲਾਂ ਸਮਾਜਿਕ ਕਾਰਨ ਨੂੰ ਦੇਖਣ ਤੋਂ ਪਹਿਲਾਂ ਅਸੀਂ ਦੇਖ ਲਈਏ ਵੀ ਜਿਹੜਾ ਫਰਾਂਸ ਦਾ ਜਿਹੜਾ ਸਮਾਜ ਸੀਗਾ ਉਹ ਕਿਸ ਪ੍ਰਕਾਰ ਦਾ ਸੀ, ਤੇ ਉਹ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਤਾਂ ਜਦੋਂ ਅਸੀਂ ਫਰਾਂਸ ਦੇ ਸਮਾਜ ਨੂੰ ਦੇਖਦੇ ਹੁੰਦੇ ਤਾਂ ਫਰਾਂਸ ਦੇ ਸਮਾਜ ਵਿੱਚ 3 ਸਟੇਟ ਸੀਗੀਆਂ, 3 ਵਰਗਾਂ ਦੇ ਲੋਕ ਸੀਗੇ, ਜਿਹਨੂੰ ਵਰਗ ਬੋਲ ਦਿੰਦੇ ਅਸੀਂ। ਤਾਂ ਜਿਹੜਾ ਪਹਿਲਾ ਵਰਗ ਸੀਗਾ ਜਿਹਨੂੰ ਅਸੀਂ ਸਟੇਟ ਆਖਦੇ ਹਾਂਗੇ, ਤਾਂ ਉਹਦੇ ਵਿੱਚ ਪਾਦਰੀ ਵਰਗ ਵੀ ਸ਼ਾਮਲ ਸੀ, ਉਹਦੇ ਵਿੱਚ ਸਮੰਤ ਵਰਗ ਵੀ ਸ਼ਾਮਲ ਸੀਗਾ ਪਹਿਲੇ ਦੇ ਵਿੱਚ, ਹਨਾ। ਤੇ ਦੇਖੋ ਇਹਨਾਂ ਦੀ ਆਬਾਦੀ ਕੁੱਲ ਸੀਗੀ 1%, ਮਤਲਬ 1% ਸੀਗੇ, ਪਰ ਇਹ 10% ਲੈਂਡ ਦੇ ਉੱਪਰ ਆਪਣਾ ਅਧਿਕਾਰ ਰੱਖਦੇ ਸੀਗੇ, 10% ਲੈਂਡ ਦੇ ਉੱਪਰ ਆਪਣਾ ਅਧਿਕਾਰ ਇਹ ਰੱਖਦੇ ਸੀਗੇ। ਤੇ ਦੂਸਰਾ ਜਿਹੜਾ ਵਰਗ ਸੀਗਾ ਉਹ ਸੀਗਾ ਜੀ ਕੁਲੀਨ ਵਰਗ ਜਾਂ ਅਮੀਰ ਵਰਗ। ਇਹਨਾਂ ਦੀ ਜਿਹੜੀ ਆਬਾਦੀ ਸੀ ਇਹ ਸਿਰਫ 2% ਸੀਗੀ, ਪਰ ਇਹ ਲੈਂਡ ਦੇ ਉੱਪਰ 30% ਲੈਂਡ ਦੇ ਉੱਪਰ ਅਧਿਕਾਰ ਰੱਖਦੇ ਸੀਗੇ। ਟੈਕਸ ਵਗੈਰਾ ਪਹਿਲੇ ਦੋਨਾਂ ਨੂੰ ਨਹੀਂ ਪੈਂਦਾ ਸੀਗਾ, ਟੈਕਸ ਵਗੈਰਾ ਦੋਨਾਂ ਨੂੰ ਨਹੀਂ ਪੈਂਦਾ ਸੀਗਾ। ਜਿਹੜਾ ਤੀਸਰਾ ਵਰਗ ਸੀਗਾ ਇਹਦੇ ਵਿੱਚ ਕਿਸਾਨ ਲੋਕ, ਸ਼ਾਹੂਕਾਰ ਲੋਕ, ਮਤਲਬ ਅਮੀਰ ਲੋਕ ਵੀ ਹੈਗੇ ਸੀ ਇਹਦੇ ਵਿੱਚ, ਠੀਕ ਹੈ, ਪਰ ਸ਼ਾਹੂਕਾਰ ਲੋਕ, ਕਾਨੂੰਨੀ ਅਧਿਕਾਰੀ ਹੋ ਗਏ, ਮਜ਼ਦੂਰ ਹੋ ਗਏ, ਨੌਕਰ ਹੋ ਗਏ, ਇਹ ਸਾਰੇ ਲੋਕ ਇਹਦੇ ਵਿੱਚ ਸ਼ਾਮਲ ਕੀਤੇ ਜਾਂਦੇ ਸੀ, ਠੀਕ ਹੈ। ਤੇ ਇਹਨਾਂ ਕੋਲੇ ਆਬਾਦੀ ਪੱਖੋਂ ਇਹ ਬਹੁਤ ਵੱਡਾ ਵਰਗ ਸੀਗਾ, 97% ਜਿਹੜੀ ਪੋਪੂਲੇਸ਼ਨ ਸੀਗੀ ਉਹ ਤੀਸਰੇ ਵਰਗ ਦੇ ਵਿੱਚ ਜਿਹੜੀ ਸ਼ਾਮਲ ਕੀਤੀ ਜਾਂਦੀ ਸੀ। ਤਾਂ ਇਸ ਪ੍ਰਕਾਰ ਜਿਹੜਾ ਫਰਾਂਸ ਦਾ ਜਿਹੜਾ ਸਮਾਜ ਸੀਗਾ ਉਹ 3 ਸਟੇਟਾਂ ਦੇ ਵਿੱਚ ਜਾਂ 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਜਿਹੜੇ ਪਹਿਲੇ 2 ਵਰਗ ਸੀਗੇ ਇੱਕ ਪ੍ਰਕਾਰ ਦਾ ਮਤਲਬ ਸਮਾਜ ਦਾ ਜਿਹੜਾ ਸੈਂਟਰਲਾਈਜੇਸ਼ਨ ਹੋਇਆ ਸੀ ਪਾਵਰਾਂ ਦਾ, ਉਹ ਇਹਨਾਂ ਦੋਨਾਂ ਵਰਗਾਂ ਦੇ ਵਿਚਕਾਰ ਹੋਇਆ ਸੀਗਾ। ਤੇ ਇੱਕ ਤਰ੍ਹਾਂ ਦਾ ਜਿਹੜਾ ਤੀਸਰਾ ਵਰਗ ਸੀਗਾ, ਜਿਹੜਾ ਤੀਸਰਾ ਸਟੇਟ ਸੀਗਾ, ਇੱਕ ਪ੍ਰਕਾਰ ਨਾਲ ਇਹਦਾ ਸ਼ੋਸ਼ਣ ਜਿਹੜਾ ਸੀ ਉਹ ਕੀਤਾ ਜਾਂਦਾ ਸੀਗਾ। ਦੇਖੋ ਜੀ ਟੈਕਸ ਪਹਿਲੇ 2 ਵਰਗ ਨੂੰ ਟੈਕਸ ਦੇਣਾ ਨਹੀਂ ਪੈਂਦਾ ਸੀਗਾ। ਜਿਹੜਾ ਤੀਸਰਾ ਵਰਗ ਸੀਗਾ, ਤੀਸਰਾ ਸਟੇਟ ਸੀਗਾ, ਉਹਨੂੰ 2 ਪ੍ਰਕਾਰ ਦੇ ਟੈਕਸ, ਜਿਹੜੇ ਵੈਸੇ ਤਾਂ ਟੈਕਸ ਬਹੁਤ ਪ੍ਰਕਾਰ ਦੇ ਸੀਗੇ, ਪਰ ਇਹ 2 ਮੇਨ ਟੈਕਸ ਸੀਗੇ। ਜਿਹਦੇ ਵਿੱਚ ਪਹਿਲਾਂ ਆਉਂਦਾ ਜੀ ਟਾਈਥ। ਟਾਈਥ ਜਿਹੜਾ ਸੀ ਟੈਕਸ ਇਹ ਗਿਰਜਾਘਰ ਨੂੰ ਦੇਣਾ ਪੈਂਦਾ ਸੀਗਾ, ਪੌਪ ਵਗੈਰਾ ਨੂੰ ਦੇਣਾ ਪੈਂਦਾ ਸੀ, ਜਿਹੜੇ ਪਹਿਲੇ ਸਟੇਟ ਵਾਲੇ ਸੀਗੇ।
ਤੇ ਜਿਹੜਾ ਦੂਸਰਾ ਵਰਗ ਸੀ ਜੀ ਟਾਈਲ, ਇਹ ਦੇਣਾ ਪੈਂਦਾ ਸੀ ਰਾਜ ਨੂੰ, ਦੇਣਾ ਪੈਂਦਾ ਸਟੇਟ ਨੂੰ ਦੇਣਾ ਪੈਂਦਾ ਸੀਗਾ, ਠੀਕ ਹੈ। ਤੇ ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰਤੱਖ ਤੇ ਅਪ੍ਰਤੱਖ ਟੈਕਸ ਤਾਂ ਇਹਨਾਂ ਨੇ ਕਾਫੀ ਸਾਰੇ ਲਾਈ ਰੱਖੇ ਸੀ ਬਈ, ਠੀਕ ਹੈ ਜੀ। ਹਾਂਜੀ ਚਲੋ, ਅੱਛਾ ਹੁਣ ਆਪਾਂ ਇੱਕ ਗੱਲ ਦੇਖਾਂਗੇ ਵੀ ਫਰਾਂਸ ਦੀ ਕ੍ਰਾਂਤੀ ਦੇ ਵਿੱਚ ਇੱਕ ਪੜ੍ਹੇ ਲਿਖੇ ਵਰਗ, ਪੜ੍ਹਿਆ ਲਿਖਿਆ ਵਰਗ ਕਿੱਥੋਂ ਉਤਪੰਨ ਹੋਇਆ ਸੀਗਾ। ਪੜ੍ਹਿਆ ਲਿਖਿਆ ਵਰਗ ਜਦੋਂ ਦੁਨੀਆ ਦੇ ਵਿੱਚ ਉਦਯੋਗਿਕ ਕ੍ਰਾਂਤੀ ਹੋਣ ਲੱਗ ਗਈ ਤਾਂ ਉਹਦੇ ਵਿੱਚੋਂ ਵਪਾਰੀ ਵਰਗ ਨਿਕਲ ਕੇ ਆਇਆ, ਤੇ ਉਸੇ ਕੜੀ ਦੇ ਵਿੱਚੋਂ ਫਿਰ ਇੱਕ ਜਿਹੜਾ ਸੀ ਪੜ੍ਹਿਆ ਲਿਖਿਆ ਵਰਗ ਉਹ ਨਿਕਲ ਕੇ ਆਇਆ ਸੀਗਾ, ਜਿਹਨੂੰ ਬੁਰਜੀਓਸ, ਇੱਕ ਬੁਰਜੂਆ ਸਮਾਜ ਆਉਂਦਾ ਹੁੰਦਾ, ਸ਼ਬਦ ਆਉਂਦਾ ਬੁਰਜੀਓ, ਠੀਕ ਹੈ ਜੀ। ਇੱਕ ਤੇ ਇਹ ਫਰਾਂਸ ਦਾ ਇੱਕ ਵਰਡ ਹੈ ਬੁਰਜੀਓਸ, ਤੇ ਇਹਨੂੰ ਬੁਰਜੀਓਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਠੀਕ ਹੈ। ਇਹ ਤੀਸਰੇ ਵਰਗ ਦਾ ਮਤਲਬ ਹਿੱਸਾ ਸੀਗੇ। ਇਸੇ ਦੀ ਬਦੌਲਤ ਹੀ ਮੰਨਿਆ ਜਾਂਦਾ ਫਰਾਂਸ ਦੇ ਵਿੱਚ ਜਿਹੜੀ ਕ੍ਰਾਂਤੀ ਸੀ ਉਹ ਸੰਭਵ ਹੋ ਸਕੀ ਸੀ, ਠੀਕ ਹੈ। ਅੱਛਾ, ਸਮਾਜਿਕ ਕਾਰਨ ਤਾਂ ਦੇਖੋ ਇਹਦੇ ਵਿੱਚ ਕੀ ਸੀਗਾ ਵੀ ਇੱਕ ਤਾਂ ਆਬਾਦੀ ਫਰਾਂਸ ਦੀ ਜੇ ਅਸੀਂ 1700 ਚ ਦੇਖਦੇ ਹਾਂ ਤਾਂ 1700 ਦੇ ਵਿੱਚ ਲਗਭਗ 2 ਕਰੋੜ ਦੇ ਕਰੀਬ ਦੀ ਆਬਾਦੀ ਸੀਗੀ, ਪਰ 1799 ਤੱਕ ਆਉਂਦੇ ਆਉਂਦੇ ਫਰਾਂਸ ਦੀ ਜਿਹੜੀ ਆਬਾਦੀ ਸੀ ਕਾਫੀ ਵੱਡੀ ਮਾਤਰਾ ਦੇ ਵਿੱਚ ਵੱਧ ਚੁੱਕੀ ਸੀਗੀ, ਠੀਕ ਹੈ। ਲਗਭਗ 2 ਕਰੋੜ 80 ਲੱਖ ਦੇ ਕਰੀਬ ਹੋ ਚੁੱਕੀ ਸੀ। ਪਰ ਇਸ 80 ਲੱਖ ਦੀ ਵਧੀ ਹੋਈ ਆਬਾਦੀ ਨੂੰ ਭੋਜਨ ਉਪਲਬਧ ਕਰਾਉਣ ਦੇ ਲਈ ਜਾਂ ਫਿਰ ਸਹੂਲਤਾਂ ਉਪਲਬਧ ਕਰਾਉਣ ਦੇ ਲਈ ਜਿਹੜਾ ਫਰਾਂਸ ਦਾ ਰਾਜਾ ਸੀ ਉਹਨੇ ਕੋਈ ਕੰਮ ਨਹੀਂ ਕੀਤਾ ਸੀ, ਖਾਸ ਕੰਮ ਨਹੀਂ ਕੀਤਾ ਸੀਗਾ। ਹੁਣ ਮੋਸਟਲੀ ਜਿਹੜੀ ਪੋਪੂਲੇਸ਼ਨ ਸੀ ਉਹ ਖੇਤੀ ਦੇ ਉੱਪਰ ਆਧਾਰਿਤ ਸੀਗੀ, ਪਰ ਖੇਤੀ ਨੂੰ ਸੁਧਾਰਨ ਦੇ ਲਈ ਜਾਂ ਖੇਤੀ ਦੀ ਉਪਜ ਵਧਾਉਣ ਦੇ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਸੀਗਾ। ਪਹਿਲਾ ਕੰਮ ਤਾਂ ਇਹ ਸੀਗਾ ਹੁਣ ਜੇ ਆਬਾਦੀ ਵਧ ਰਹੀ ਹੈ ਤਾਂ ਤੁਹਾਨੂੰ ਖੇਤੀ ਵੀ ਸੁਧਾਰ ਵੀ ਕਰਨਾ ਪਊਗਾ ਬਈ, ਹਨਾ, ਇਸ ਪਾਸੇ ਤੁਹਾਨੂੰ ਕਦਮ ਉਠਾਉਣੇ ਪੈਣਗੇ, ਪਰ ਕੋਈ ਸੁਧਾਰ ਨਹੀਂ ਹੋਇਆ ਸੀਗਾ। ਤੇ ਦੂਸਰਾ ਕੀ ਹੋਇਆ, ਬਹੁਤ ਸਾਰੇ ਯੁੱਧਾਂ ਲੜਨ ਕਰਕੇ ਫਰਾਂਸ ਸੀਗਾ ਜਿਹੜਾ ਉਹ ਡੈਪਥ 'ਚ ਚਲਿਆ ਗਿਆ ਸੀਗਾ, ਉਹਦੇ ਉੱਪਰ ਲੋਨ ਕਾਫੀ ਵੱਡੀ ਮਾਤਰਾ ਦੇ ਵਿੱਚ ਵਧ ਗਿਆ ਸੀਗਾ। ਤੇ 1799 ਦੇ ਵਿੱਚ ਹੀ ਸਰਦੀਆਂ ਕਾਫੀ ਜ਼ਿਆਦਾ ਪੈ ਗਈਆਂ, ਜਿਹਦੇ ਕਰਕੇ ਫਸਲ ਕੀ ਹੋ ਗਈ ਸੀ, ਖਰਾਬ ਹੋ ਗਈ ਸੀ, ਤੇ ਲੋਕਾਂ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਲੋਕਾਂ ਦੇ ਅੰਦਰ ਭੁੱਖ ਮਰੀ ਫੈਲਣ ਦੀ ਜਿਹੜੀ ਪੋਸੀਬਿਲਿਟੀ ਸੀ ਉਹ ਬਣ ਗਈ ਸੀ, ਲੋਕ ਭੁੱਖੇ ਮਰਨ ਲੱਗ ਗਏ ਸੀਗੇ, ਠੀਕ ਹੈ ਜੀ। ਇਹ ਤਾਂ ਬੜਾ ਮਾੜਾ ਹਾਲ ਸੀ ਉਸ ਟਾਈਮ ਦਾ। ਚਲੋ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਬੌਧਿਕ ਕਾਰਨ ਕਿਹੜੇ ਕਿਹੜੇ ਸੀਗੇ। ਆਪਾਂ ਇਹ ਜਿਹੜੀ ਗੱਲ ਕੀਤੀ ਹੈ ਇਹ ਆਰਥਿਕ ਕਾਰਨਾਂ ਦੀ ਹੈ ਬਈ, ਸਮਾਜਿਕ ਕਾਰਨ ਤਾਂ ਆਪਾਂ ਪਹਿਲਾਂ ਕਰ ਚੁੱਕੇ ਹੈਗੇ, ਇਹ ਆਰਥਿਕ ਕਾਰਨ ਸੀ, ਸੌਰੀ, ਠੀਕ ਹੈ। ਹਾਂਜੀ, ਤਾਂ ਬੌਧਿਕ ਕਾਰਨ ਕਿਹੜੇ ਕਿਹੜੇ ਸੀ, ਦੇਖੋ ਬੌਧਿਕ ਕਾਰਨ ਵੀ ਸੀਗਾ ਬਈ ਜਿਵੇਂ ਲੋਕਾਂ ਦੇ ਅੰਦਰ ਜਾਗਰੂਕਤਾ ਆਈ ਸੀਗੀ, ਜਾਗਰੂਕ ਹੋ ਗਏ ਸੀ ਲੋਕ, ਜਿਹੜਾ ਤੁਹਾਡਾ ਟਾਈਪਿੰਗ ਮਸ਼ੀਨਸ ਵਗੈਰਾ ਜਾਂ ਫਿਰ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਉਹਦਾ ਨਿਰਮਾਣ ਹੋ ਚੁੱਕਿਆ ਸੀਗਾ। ਉਦਯੋਗਿਕ ਕ੍ਰਾਂਤੀ ਦੇ ਨਾਲ ਨਾਲ ਵਿਗਿਆਨਿਕ ਕ੍ਰਾਂਤੀ ਦੇ ਨਾਲ ਨਾਲ ਕਾਫੀ ਸਾਰੀ ਡਿਵੈਲਪਮੈਂਟਸ ਜਿਹੜੀਆਂ ਸੀ ਉਹ ਹੋ ਚੁੱਕੀਆਂ ਸੀਗੀਆਂ। ਉਹਦੇ ਤਹਿਤ ਫਿਰ ਅਖਬਾਰ ਛਪਣ ਲੱਗ ਗਏ, ਉਹਦੇ ਤਹਿਤ ਕਿਤਾਬਾਂ ਛਪਣ ਲੱਗ ਗਈਆਂ, ਠੀਕ ਹੈ ਨਾ। ਤੇ ਉਹਦੇ ਤਹਿਤ ਫਿਰ ਜਿਹੜੇ ਬੌਧਿਕ ਜਿਹੜੇ ਵਿਚਾਰਕ ਸੀਗੇ ਉਹਨਾਂ ਦੇ ਵਿਚਾਰ ਜਿਹੜੇ ਆਮ ਲੋਕਾਂ ਤੱਕ ਪਹੁੰਚਣ ਲੱਗ ਗਏ, ਜਿਹਦੇ ਵਿੱਚ ਜੌਨ ਲੋਕ ਦਾ ਕਾਫੀ ਵੱਡਾ ਯੋਗਦਾਨ ਸੀਗਾ, ਵੋਲਟੇਅਰ ਸੀਗਾ, ਮੌਂਟੈਸਕਿਊ ਸੀਗਾ, ਇਮੈਨੂਅਲ ਕਾਂਟ ਸੀਗਾ, ਰੂਸੋ ਸੀਗਾ, ਠੀਕ ਹੈ ਜੀ। ਤਾਂ ਇਹਨਾਂ ਸਾਰੇ ਲੋਕਾਂ ਦੇ ਵਿਚਾਰਾਂ ਦਾ ਫਰਾਂਸ ਦੇ ਲੋਕਾਂ ਦੇ ਉੱਪਰ ਵੱਡੀ ਮਾਤਰਾ ਦੇ ਵਿੱਚ ਕੀ ਪਿਆ ਸੀ, ਪ੍ਰਭਾਵ ਪਿਆ ਸੀਗਾ। ਅੱਛਾ, ਜਿਹੜੇ ਲੋਕ ਪੜ੍ਹ ਸਕਦੇ ਸੀਗੇ ਉਹ ਅਖਬਾਰਾਂ ਰਾਹੀਂ ਆਪਣੇ ਜਿਹੜੇ ਇਹਨਾਂ ਦੇ ਵਿਚਾਰਕ ਸੀ ਉਹਨਾਂ ਨੂੰ ਪੜ੍ਹਿਆ ਕਰਦੇ ਸੀਗੇ, ਤੇ ਉਹ ਆਪਣੇ ਇਹਨਾਂ ਵਿਚਾਰਾਂ ਨੂੰ ਫਿਰ ਅੱਗੇ ਉੱਚੀ ਉੱਚੀ ਪੜ੍ਹ ਕੇ ਆਮ ਲੋਕਾਂ ਦੇ ਵਿੱਚ ਵੀ ਸੁਣਾਇਆ ਕਰਦੇ ਸੀ। ਜਿਹੜੇ ਲੋਕ ਪੜ੍ਹਨਾ ਨਹੀਂ ਜਾਣਦੇ ਸੀਗੇ ਤਾਂ ਉਹ ਇੱਕ ਬੰਦਾ ਵਿਚਾਲੇ, ਜਿਵੇਂ ਚਾਹ ਦੀ ਦੁਕਾਨ ਦੇ ਵਿੱਚ ਆਪਾਂ ਜਾ ਕੇ ਕਿਤੇ ਬੈਠੀਏ ਨਾ, ਚਰਚਾ ਕਰੀਏ ਨਾ, ਉੱਥੇ ਮਤਲਬ ਚਰਚਾ ਹੁੰਦੀ ਹੈਗੀ ਹੈ ਨਾ, ਤਾਂ ਇੱਕ ਬੰਦਾ ਖਬਰਾਂ ਪੜ੍ਹ ਸੁਣਾਈ ਜਾਂਦਾ ਰਿਹਾ, ਦੂਜੇ ਬੰਦੇ ਉਹਨੂੰ ਖਬਰਾਂ ਨੂੰ ਸੁਣੀ ਜਾਂਦੇ ਰਹਿੰਦੇ ਨੇ। ਤਾਂ ਇਹੀ ਬਿਲਕੁਲ ਸੇਮ ਜਿਹੜਾ ਸੀਗਾ ਹਾਲਾਤ ਜਿਹੜੇ ਸੀ ਉਹ ਫਰਾਂਸ ਦੇ ਵਿੱਚ ਸੀਗੇ। ਇੱਕ ਬੰਦਾ ਖਬਰਾਂ ਨੂੰ ਪੜ੍ਹਦਾ ਹੁੰਦਾ ਤੇ ਆਮ ਲੋਕ ਉਹਨੂੰ ਸੁਣਦੇ ਹੁੰਦੇ, ਤੇ ਫਿਰ ਉਹਦੇ ਉੱਪਰ ਬਾਅਦ ਦੇ ਵਿੱਚ ਵਿਚਾਰ ਚਰਚਾ ਜਿਹੜੀ ਕੀਤੀ ਜਾਂਦੀ ਸੀ। ਇਹਦੇ ਨਾਲ ਕੀ ਪੋਸੀਬਲ ਹੋਇਆ, ਇਹਦੇ ਨਾਲ ਇਹ ਪੋਸੀਬਲ ਹੋਇਆ ਵੀ ਫਰਾਂਸ ਦੇ ਵਿੱਚ ਲੋਕ ਹੁਣ ਰਾਜਿਆਂ ਨੂੰ ਜਾਂ ਸੱਤਾ ਨੂੰ ਸਵਾਲ ਕਰਨ ਲੱਗੇ। ਤਾਂ ਸਵਾਲ ਕੀ ਕਰਨ ਲੱਗੇ, ਜਿਵੇਂ ਰਾਜਾ ਪਹਿਲਾਂ ਮੰਨਿਆ ਜਾਂਦਾ ਸੀ, ਸਾਰੇ ਕਿਤੇ ਹੁੰਦਾ, ਇੰਡੀਆ ਦੇ ਵਿੱਚ ਵੀ ਹੈਗਾ ਸੀ ਪਹਿਲਾਂ ਇਹ, ਵੀ ਰਾਜੇ ਨੂੰ ਇੱਕ ਦੈਵੀ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ, ਵੀ ਰਾਜੇ ਨੂੰ ਮੰਨਿਆ ਜਾਂਦਾ ਵੀ ਰਾਜਾ ਜਿਹੜਾ ਸੀਗਾ ਉਹ ਪਰਮਾਤਮਾ ਦਾ ਇੱਕ ਭੇਜਿਆ ਹੋਇਆ ਦੂਤ ਸੀਗਾ। ਇਹ ਕਨਸੈਪਟ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਰਾਜਤੰਤਰ ਨੇ ਉਹਨਾਂ ਦੁਆਰਾ ਬਣਾਇਆ ਗਿਆ ਸੀਗਾ। ਇਸੇ ਤਰ੍ਹਾਂ ਫਰਾਂਸ ਦੇ ਵਿੱਚ ਵੀ ਇਹ ਕਨਸੈਪਟ ਸੀਗਾ ਵੀ ਜਿਹੜਾ ਰਾਜਾ ਸੀਗਾ ਉਹ ਪਰਮਾਤਮਾ ਦਾ ਦੂਤ ਹੈ, ਤੇ ਤੁਹਾਨੂੰ ਉਹਦੀ ਗੱਲਾਂ ਜਿਹੜੀਆਂ ਸੀ ਉਹਦੇ ਆਦੇਸ਼ ਸੀ ਉਹ ਮੰਨਣੇ ਚਾਹੀਦੇ ਨੇ, ਠੀਕ ਹੈ ਨੇ। ਤਾਂ ਰਾਜੇ ਦੇ ਇਸ ਦੈਵੀ ਅਧਿਕਾਰਾਂ ਦੇ ਉੱਪਰ ਲੋਕਾਂ ਵੱਲੋਂ ਸਵਾਲ ਉਠਾਏ ਗਏ ਵੀ ਇਹ ਤਾਂ ਕਿਵੇਂ ਪੋਸੀਬਲ ਹੈ ਬਈ, ਹਨਾ। ਚਲੋ ਅੱਛਾ ਬਈ, ਆਪਾਂ ਹੁਣ ਪੜਾਂਗੇ ਜਾ ਕੇ, ਅੱਗੇ ਦੇਖਾਂਗੇ ਵੀ ਕਿਵੇਂ ਕਿਵੇਂ ਇੰਗਲੈਂਡ ਦੇ ਵਿੱਚ ਕ੍ਰਾਂਤੀ ਹੋਈ ਤੇ ਉਸ ਤੋਂ ਬਾਅਦ ਕਿਹੜੀ ਕਿਹੜੀ ਚੀਜ਼ਾਂ ਨੇ ਕਿਵੇਂ ਕਿਵੇਂ ਉਹਦਾ ਰਾਜ ਜਿਹੜਾ ਸੀ ਉਹ ਅੱਗੇ ਵਧਿਆ ਹੈਗਾ। ਆਪਾਂ ਦੇਖਾਂਗੇ ਜੀ ਪਹਿਲਾਂ ਸਟੇਟ ਜਨਰਲ ਆਈ, ਠੀਕ ਹੈ, 1799 ਦੇ ਵਿੱਚ। ਫਿਰ ਨੈਸ਼ਨਲ ਅਸੈਂਬਲੀ ਦਾ ਗਠਨ ਹੁੰਦਾ ਹੈ, ਫਿਰ ਇਹਨੇ ਰਾਜ ਕੀਤਾ ਉਸ ਟਾਈਮ। ਫਿਰ ਲੈਜਿਸਲੇਟਿਵ ਅਸੈਂਬਲੀ ਦਾ ਸ਼ਾਸਨ ਆਉਂਦਾ ਹੈਗਾ। ਫਿਰ ਅਸੀਂ ਨੈਸ਼ਨਲ ਕਨਵੈਨਸ਼ਨ ਦੇਖਾਂਗੇ ਤੇ ਇਹਦੇ ਵਿੱਚ ਅਸੀਂ ਆਤੰਕ ਦਾ ਸ਼ਾਸਨ ਦੇਖਾਂਗੇ। 1795 ਤੋਂ ਲੈ ਕੇ 1798 ਡਾਇਰੈਕਟਰੀ ਰੂਲ ਰਹਿੰਦਾ ਹੈਗਾ। ਫਿਰ ਉਸ ਤੋਂ ਬਾਅਦ ਕੰਸੋਲ ਦਾ ਰੂਲ ਰਹਿੰਦਾ 1804 ਤੱਕ, ਠੀਕ ਹੈ ਜੀ। ਤੇ 1804 ਤੋਂ ਬਾਅਦ 1815 ਤੱਕ ਫਿਰ ਨੈਪੋਲੀਅਨ ਆ ਜਾਂਦਾ। ਫਿਰ ਦੁਬਾਰਾ ਫਿਰ ਤੋਂ ਜਿਹੜਾ ਫਰਾਂਸ ਹੈਗਾ ਉਹ ਦੁਬਾਰਾ ਫਿਰ ਤੋਂ ਤਾਨਾਸ਼ਾਹੀ ਜਾਂ ਕਹਿ ਲਓ ਕਿ ਰਾਜਤੰਤਰ ਦੇ ਵਿੱਚ ਘਿਰ ਜਾਂਦਾ ਹੁੰਦਾ। ਇਹਨੂੰ ਆਪਾਂ ਕਰਾਂਗੇ, ਇਹਨੂੰ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ, ਦੇਖ ਲਿਓ ਇਹਨੂੰ। ਚਲੋ ਹੁਣ ਦੇਖੋ ਵੀ ਕ੍ਰਾਂਤੀ ਦੀ ਜਿਹੜੀ ਸ਼ੁਰੂਆਤ ਮੰਨੀ ਜਾਂਦੀ ਉਹ ਕਿੱਥੋਂ ਮੰਨੀ ਜਾਂਦੀ ਹੁੰਦੀ ਹੈ, ਕਿਉਂਕਿ ਇੰਗਲੈਂਡ ਮੇਰੇ ਕਾਫੀ ਕਈ ਸ਼ਬਦ ਮੈਨੂੰ ਇੰਗਲੈਂਡ ਵਾਲੇ ਨਿਕਲ ਗਏ, ਠੀਕ ਹੈ। ਫਰਾਂਸ ਦੀ ਗੱਲ ਕਰਦੇ ਹਾਂ ਆਪਾਂ। ਫਰਾਂਸ ਦੇ ਵਿੱਚ
ਕਿਉਂਕਿ ਆਪਾਂ ਸਟਾਰਟਿੰਗ ਤੋਂ ਕਰ ਚੁੱਕੇ ਹਾਂ, ਮੇਨ ਕਾਰਨ ਜਿਹੜੇ ਉਹ ਆਰਥਿਕ ਕਾਰਨ ਸੀਗੇ, ਠੀਕ ਹੈ। ਮੇਨ ਕਾਰਨ ਉਹ ਆਰਥਿਕ ਕਾਰਨ ਸੀਗੇ ਵੀ ਲੋਕਾਂ ਦੇ ਅੰਦਰ ਭੁੱਖਮਰੀ ਫੈਲਣ ਲੱਗ ਗਈ ਸੀ ਜੀ, ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਸੀ, ਲੋਨ ਵੱਡੀ ਮਾਤਰਾ ਦੇ ਵਿੱਚ ਵੱਧ ਚੁੱਕਿਆ ਸੀਗਾ, ਕਿਉਂਕਿ ਯੁੱਧਾਂ ਦੇ ਵਿੱਚ ਭਾਗ ਲੈਣ ਕਰਕੇ ਜਿਹੜਾ ਸੀਗਾ ਜਿਹੜਾ ਸੀ ਉਹ ਡੈਪਥ ਜਿਹੜਾ ਸੀ ਫਰਾਂਸ ਦਾ ਉਹ ਵੱਧਦਾ ਜਾ ਰਿਹਾ ਸੀਗਾ। ਤਾਂ ਉਹਨੂੰ ਵਿੱਤੀ ਸੰਕਟ ਨੂੰ ਹੱਲ ਕਰਨ ਦੇ ਲਈ, ਵਿੱਤੀ ਸੰਕਟ ਤੋਂ ਨਿਕਲਣ ਦੇ ਲਈ ਫਿਰ ਇੱਕ ਉਹਦੇ ਫਰਾਂਸ ਦੇ ਸਮਾਜ ਦੇ ਵਿੱਚ ਤਿੰਨੇ ਜਿਹੜੇ ਸਟੇਟ ਸੀਗੇ, ਇਹਨਾਂ ਦਾ ਇੱਕ ਪੋਲੀਟੀਕਲ ਮਤਲਬ ਗਰੁੱਪ ਬਣਾਇਆ ਗਿਆ ਸੀਗਾ, ਜਿਹਨੂੰ ਇਹ ਸਟੇਟ ਬੋਲਦੇ ਸੀਗੇ। ਸਟੇਟ ਦੀ ਜਿਹੜੀ ਮੀਟਿੰਗ ਬੁਲਾਈ ਜਾਂਦੀ ਸੀਗੀ, ਉਹ ਵੈਸੇ ਤਾਂ ਬੁਲਾਉਣੀ ਹਰ ਸਾਲ ਸੀਗੀ, ਪਰ 1614 ਤੋਂ ਬਾਅਦ 175 ਸਾਲਾਂ ਤੋਂ ਬਾਅਦ ਲਗਭਗ ਇਹ ਮੀਟਿੰਗ ਬੁਲਾਈ ਗਈ ਸੀ 5 ਮਈ 1799 ਨੂੰ, ਠੀਕ ਹੈ। ਵੀ ਤਿੰਨੇ ਜਿਹੜੇ ਵਰਗ ਨੇ ਇਹ ਤਿੰਨੇ ਬੈਠ ਕੇ ਜਿਹੜਾ ਸੀ ਇਸ ਵਿੱਤੀ ਸੰਕਟ ਦਾ ਕੀ ਕਰਨਗੇ, ਉਹ ਹੱਲ ਕਰਨਗੇ। ਤਾਂ ਇਹਦੇ ਵਿੱਚ ਜਿਹੜੇ ਅਲੱਗ-ਅਲੱਗ ਵਰਗਾਂ ਦੇ ਡੈਲੀਗੇਟ ਆਏ ਸੀਗੇ, ਤਾਂ ਜਿਵੇਂ ਪਹਿਲਾ ਸਟੇਟ ਸੀਗਾ ਤਾਂ ਪਹਿਲੇ ਸਟੇਟ ਦੇ ਵਿੱਚ 300 ਡੈਲੀਗੇਟ ਆਏ ਸੀ, ਤੇ ਦੂਸਰੀ ਸਟੇਟ ਦੇ ਵਿੱਚ 300 ਡੈਲੀਗੇਟ ਆਏ ਸੀਗੇ, ਤੇ ਜਿਹੜਾ ਤੀਸਰਾ ਸਟੇਟ ਸੀਗਾ ਇਹਨੂੰ ਕਿਉਂਕਿ ਜ਼ਿਆਦਾ ਲੋਕ ਰਿਪਰੈਜ਼ੈਂਟ ਕਰਦੇ ਸੀ ਤੇ ਇਸ ਕਰਕੇ ਦੇ ਵਿੱਚ 600 ਡੈਲੀਗੇਟ ਜਿਹੜੀ ਸੀ ਆਏ ਸੀ, ਠੀਕ ਹੈ। ਪਰ ਹੁਣ ਇੱਥੇ ਸਮੱਸਿਆ ਕੀ ਸੀ? ਸਮੱਸਿਆ ਇਹ ਸੀਗੀ ਵੀ ਜਿਵੇਂ ਹੁਣ ਮੰਨ ਲਓ 3 ਵਰਗ ਹੋ ਗਏ, ਤਾਂ ਤਿੰਨੇ ਵਰਗਾਂ ਨੂੰ ਇੱਕ ਵੋਟ ਦਾ ਅਧਿਕਾਰ ਦਿੱਤਾ ਗਿਆ ਸੀਗਾ। ਮਤਲਬ ਵੀ ਇਹ ਨਹੀਂ ਸੀਗਾ ਵੀ ਇਹ 300 ਕੈਂਡੀਡੇਟ ਆਏ ਨੇ ਤਾਂ 300 ਕੈਂਡੀਡੇਟਾਂ ਨੂੰ 300 ਵੋਟ ਦਾ ਅਧਿਕਾਰ ਮਿਲੂਗਾ, ਨਹੀਂ। ਡੈਲੀਗੇਟ ਆਏ ਨੇ ਤਾਂ 300 ਡੈਲੀਗੇਟ ਨੂੰ 300 ਦਾ ਅਧਿਕਾਰ ਮਿਲੂਗਾ, ਨਹੀਂ। ਇਹ ਨਹੀਂ ਹੁੰਦਾ ਸੀ ਇਹਦੇ ਵਿੱਚ। ਹੁਣ ਜਿਹੜਾ ਤੀਸਰਾ ਸਟੇਟ ਸੀਗਾ ਤਾਂ ਇਹਨੇ ਮੰਗ ਉਠਾਈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈਗਾ। ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਜਿਹੜਾ ਪਹਿਲਾ ਵਰਗ ਸੀਗਾ ਤੇ ਦੂਸਰਾ ਵਰਗ ਸੀ, ਜਿਹਨੂੰ ਅਸੀਂ ਸਟੇਟ ਬੋਲਦੇ ਹਾਂ, ਪਹਿਲਾ ਸਟੇਟ ਤੇ ਦੂਸਰਾ ਸਟੇਟ ਹੁੰਦਾ ਸੀਗਾ। ਤਾਂ ਇਹ ਦੋਨੋਂ ਸਟੇਟ ਕੀ ਕਰਿਆ ਕਰਦੇ ਸੀ, ਦੋਨੋਂ ਸਟੇਟ ਹੀ ਆਪਸ ਵਿੱਚ ਮਿਲ ਕੇ 2-1 ਦੀ ਰੇਸ਼ੋ ਦੇ ਨਾਲ ਕੋਈ ਮਤਾ ਪਾਸ ਕਰਾ ਲਿਆ ਕਰਦੇ ਸੀਗੇ, ਤੇ ਜਿਹੜਾ ਤੀਸਰਾ ਸਟੇਟ ਸੀ ਇਹ ਫਿਰ ਦੁਬਾਰਾ ਫਿਰ ਕੀ ਹੋ ਜਾਂਦਾ ਸੀਗਾ, ਉਹ ਹਾਸ਼ੀਏ ਦੇ ਉੱਪਰ ਚਲਾ ਜਾਂਦਾ ਸੀਗਾ। ਤਾਂ ਪਹਿਲੀ ਵਾਰੀ ਮੰਗ ਕੀਤੀ ਗਈ ਸੀ ਇਹਦੇ ਵਿੱਚ ਵੀ ਭਾਈ ਤੁਸੀਂ ਸਾਡੇ ਇਸ ਸੰਖਿਆ ਦੇ ਆਧਾਰ ਦੇ ਉੱਪਰ ਸਾਡੀ ਵੋਟ ਦੀ ਸੰਖਿਆ ਜਿਹੜੀ ਉਹ ਤੈਅ ਕਰੋ। ਜਿਵੇਂ 300 ਡੈਲੀਗੇਟ ਤੁਹਾਡੇ ਪਹਿਲੇ ਦੇ ਨੇ, ਦੂਸਰੇ ਦੇ 300 ਡੈਲੀਗੇਟ ਨੇ, ਸਾਡੀਆਂ ਵੋਟਾਂ ਦੀ ਸੰਖਿਆ ਤੁਸੀਂ 600 ਕਰੋ, ਠੀਕ ਹੈ ਨਾ। ਤੇ ਪਰ ਇਹ ਮੰਨੇ ਨਹੀਂ ਹੈਗੇ, ਤਾਂ ਮੰਨੇ ਨਹੀਂ ਹੈਗੇ ਤਾਂ ਦੇਖੋ ਇਹ ਮੀਟਿੰਗ ਦਾ ਹਾਲ ਹੈਗਾ। ਇਹਦੇ ਵਿੱਚ ਮੀਟਿੰਗ ਕੀਤੀ ਗਈ, ਸਟੇਟਸ ਦੀ ਮੀਟਿੰਗ ਬੁਲਾਈ ਗਈ ਸੀਗੀ। ਤੇ ਫਿਰ ਕੀ ਹੋਇਆ ਵੀ ਟੈਨਿਸ ਕੋਰਟ ਸਹੁੰ ਦੀ ਗੱਲ ਕਰਦੇ ਹੈਗੇ, ਠੀਕ ਹੈ। ਤਾਂ ਤੀਸਰੇ ਸਟੇਟ ਨੇ ਆਪਣੇ ਆਪ ਨੂੰ ਨੈਸ਼ਨਲ ਅਸੈਂਬਲੀ ਐਲਾਨ ਕਰਤਾ, ਠੀਕ ਹੈ। ਇਹ ਕਹਿੰਦੇ ਵੀ ਜਦੋਂ ਤੱਕ ਤੁਸੀਂ ਸਾਨੂੰ ਇਹ ਅਧਿਕਾਰ ਨਹੀਂ ਦਿੰਦੇ ਹੈਗੇ, ਅਸੀਂ ਆਪਣੇ ਆਪ ਨੂੰ ਨੈਸ਼ਨਲ ਅਸੈਂਬਲੀ ਡਿਕਲੇਅਰ ਕਰਦੇ ਹਾਂ। ਤੇ ਫਿਰ ਇਸੇ ਨੈਸ਼ਨਲ ਅਸੈਂਬਲੀ ਨੇ ਮਨੁੱਖੀ ਅਧਿਕਾਰਾਂ ਸੰਬੰਧੀ ਘੋਸ਼ਣਾ ਪੱਤਰ ਵੀ ਜਾਰੀ ਕੀਤਾ। ਪਹਿਲੀ ਵਾਰੀ ਮਨੁੱਖੀ ਅਧਿਕਾਰਾਂ ਸੰਬੰਧੀ ਘੋਸ਼ਣਾ ਪੱਤਰ ਜਿਹੜਾ ਜਾਰੀ ਕੀਤਾ ਗਿਆ ਸੀ ਉਹ 17 ਜੂਨ 1799 ਨੂੰ ਕੀਤਾ ਗਿਆ ਸੀ, ਠੀਕ ਹੈ ਜੀ। ਅੱਛਾ, 20 ਜੂਨ 1799 ਨੂੰ ਟੈਨਿਸ ਕੋਰਟ ਕਿਉਂਕਿ ਉੱਥੇ ਵਰਸਾਏ ਦੇ ਮਹਿਲ ਦੇ ਵਿੱਚ ਨੇੜੇ ਉੱਥੇ ਇੱਕ ਟੈਨਿਸ ਕੋਰਟ ਮੈਦਾਨ ਸੀਗਾ, ਤਾਂ ਉੱਥੇ ਸਾਰੇ ਇਕੱਠੇ ਹੁੰਦੇ ਨੇ 20 ਜੂਨ ਨੂੰ। ਤਾਂ ਉੱਥੇ ਜਾ ਕੇ ਇਹ ਸਹੁੰ ਚੁੱਕਦੇ ਨੇ ਵੀ ਅਸੀਂ ਸਾਰੇ ਕੀ ਰਹਾਂਗੇ, ਯੂਨਾਈਟ ਰਹਾਂਗੇ, ਅਸੀਂ ਸਾਰੇ ਕੀ ਰਹਾਂਗੇ, ਯੂਨਾਈਟ ਰਹਾਂਗੇ, ਠੀਕ ਹੈ। ਤੇ ਇਸੇ ਤੀਸਰੇ ਸਟੇਟ ਦੇ ਨਾਲ 600 ਬੰਦਾ ਤਾਂ ਇਹਨਾਂ ਦਾ ਆਪਦਾ ਹੁੰਦਾ ਹੀ ਹੈਗਾ। ਇਸੇ ਦੇ ਵਿੱਚੋਂ ਜਿਹੜੇ ਕੁਝ ਉਦਾਰਵਾਦੀ ਲਿਬਰਲ ਬੰਦੇ ਸੀਗੇ ਉਹ ਪਹਿਲੇ ਸਟੇਟ ਤੇ ਦੂਸਰੇ ਸਟੇਟ ਦੇ ਵਿੱਚੋਂ ਵੀ ਇਹਨਾਂ ਦੇ ਨਾਲ ਆ ਗਏ ਸੀਗੇ, ਠੀਕ ਹੈ ਨਾ। ਇਸ ਤਰ੍ਹਾਂ ਨੈਸ਼ਨਲ ਅਸੈਂਬਲੀ ਦਾ ਨਿਰਮਾਣ ਹੁੰਦਾ ਹੈਗਾ। ਤੇ ਅਗਲੀ ਆਪਾਂ ਗੱਲ ਕਰਦੇ ਹਾਂ, ਦੇਖੋ ਜੀ 5 ਜੁਲਾਈ 1799 ਨੂੰ ਜਿਹੜਾ ਰਾਸ਼ਟਰੀ ਸਾਡੀ ਇਹਦੀ ਸੰਸਦ ਹੁੰਦੀ ਹੈ, ਇਹਦਾ ਨਾਮ ਬਦਲ ਕੇ ਰਾਸ਼ਟਰੀ ਸੰਵਿਧਾਨ ਸਭਾ ਕਰ ਦਿੱਤਾ ਜਾਂਦਾ, ਨੈਸ਼ਨਲ ਕੰਸਟੀਟਿਊਸ਼ਨ ਅਸੈਂਬਲੀ ਕਰ ਦਿੱਤਾ ਜਾਂਦਾ। ਜਿਵੇਂ ਭਾਰਤ ਦੇ ਵਿੱਚ ਵੀ ਦੇਖੋ ਸੰਵਿਧਾਨ ਬਣਾਉਣ ਦੀ ਨੈਸ਼ਨਲ ਜਿਹੜੀ ਕੰਸਟੀਟਿਊਸ਼ਨ ਅਸੈਂਬਲੀ ਉਹ ਬਣੀ ਸੀ, ਠੀਕ ਹੈ। ਤੇ ਲੂਈ 16ਵਾਂ ਕੀ ਕਰਨਾ ਚਾਹੁੰਦਾ ਹੈ, ਕਿਉਂਕਿ ਇਹ ਇਕੱਠੇ ਹੁੰਦੇ ਨੇ ਸਾਰੇ, ਤਾਂ ਲੂਈ 16ਵਾਂ ਇਹਨਾਂ ਤੇ ਕਾਰਵਾਈ ਕਰਨਾ ਚਾਹੁੰਦਾ ਸੀਗਾ। ਉਹ ਕੀ ਕਰ ਲੈਂਦਾ ਜੀ, ਫੌਜ ਬੁਲਾ ਲੈਂਦਾ, ਸਾਰੇ ਫਰਾਂਸ ਦੀ ਫੌਜ ਜਿਹੜੀ ਸੀ ਉਹ ਬੁਲਾ ਲੈਂਦਾ ਹੈਗਾ। ਇਹਦੇ ਨਾਲ ਲੋਕਾਂ ਦੇ ਅੰਦਰ ਹੋਰ ਗੁੱਸਾ ਆ ਜਾਂਦਾ, ਠੀਕ ਹੈ। ਲੋਕਾਂ ਦੇ ਅੰਦਰ ਗੁੱਸਾ ਆ ਜਾਂਦਾ ਹੈਗਾ ਤੇ ਲੋਕ ਫਿਰ ਸਰਕਾਰ ਦੇ ਖਿਲਾਫ ਜਾਂ ਰਾਜੇ ਦੇ ਖਿਲਾਫ ਕੀ ਕਰਦੇ ਨੇ, ਵਿਦਰੋਹ ਕਰ ਦਿੰਦੇ ਨੇ ਜੀ, ਠੀਕ ਹੈ। ਅੱਛਾ, ਫਿਰ ਲੋਕ ਵਿਦਰੋਹ ਕਰ ਦਿੰਦੇ ਨੇ। ਫਰਾਂਸ ਦੇ ਵਿੱਚ ਹੀ ਨਾ ਇੱਕ ਬੈਸਟੀਲ ਦਾ ਕਿਲਾ ਹੈਗਾ। ਲੋਕ ਇੰਨਾ ਜ਼ਿਆਦਾ ਗੁੱਸੇ ਹੋ ਜਾਂਦੇ ਨੇ ਵੀ ਉਹ ਬੈਸਟੀਲ ਦਾ ਕਿਲਾ ਦਾ ਖੈਰ ਕੋਈ ਬਾਹਲਾ ਪੋਲੀਟੀਕਲ ਕਾਰਨਾਂ ਤੋਂ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਸੀਗਾ, ਸਿਰਫ ਕੈਦੀਆਂ ਕੁੱਦੀਆਂ ਰੱਖਣ ਵਾਸਤੇ ਤੇ ਹਥਿਆਰਾਂ ਹੁਥਿਆਰਾਂ ਰੱਖਣ ਵਾਸਤੇ ਕੀਤਾ ਜਾਂਦਾ, ਇਸਤੇਮਾਲ ਕੀਤਾ ਜਾਂਦਾ ਸੀ ਉਹਦਾ। ਉਸ ਟਾਈਮ ਸ਼ਾਇਦ 14 ਕੁ ਕੈਦੀ ਉਹਦੇ ਵਿੱਚ ਹੈਗੇ ਸੀਗੇ। ਤਾਂ ਇਹਨਾਂ ਨੇ ਕੀ ਕੀਤਾ, ਜਿਹੜੇ ਭੜਕੇ ਹੋਏ ਲੋਕ ਸੀਗੇ, ਇਹਨਾਂ ਨੇ 14 ਜੁਲਾਈ 1799 ਨੂੰ ਬੈਸਟੀਲ ਦਾ ਜਿਹੜਾ ਕਿਲਾ ਸੀਗਾ ਉਹਨੂੰ ਵੀ ਕੀ ਕਰਤਾ ਜੀ, ਇਹਨਾਂ ਨੇ ਤੋੜਤਾ, ਠੀਕ ਹੈ ਜੀ। ਬੈਸਟੀਲ ਦਾ ਕਿਲਾ ਦੇਖੋ, ਇਹ ਤਾਂ ਇਹਦੀ ਕੱਲੀ ਇੱਟਾਂ ਨੂੰ ਤੋੜਤਾ, ਇੱਟਾਂ ਨੂੰ ਜਾ ਕੇ ਬਾਜ਼ਾਰ 'ਚ ਵੇਚਿਆ ਜੀ। ਇਹ ਮਤਲਬ ਪੂਰੀ ਤਰ੍ਹਾਂ ਇਹਨਾਂ ਨੂੰ ਕੀ ਕਰਤਾ ਜੀ, ਖਤਮ ਕਰਤਾ ਸੀ ਇਸ ਬੈਸਟੀਲ ਦੇ ਕਿਲੇ ਨੂੰ, ਠੀਕ ਹੈ। ਤੇ ਬੈਸਟੀਲ ਦੇ ਕਿਲੇ ਨੂੰ ਤੋੜਿਆ ਗਿਆ ਤੇ 14 ਜੁਲਾਈ ਨੂੰ ਹੀ ਪੂਰੇ ਫਰਾਂਸ ਦੇ ਵਿੱਚ ਅੱਜ ਵੀ ਬੈਸਟੀਲ ਡੇ ਮਨਾਇਆ ਜਾਂਦਾ ਹੁੰਦਾ, ਇਹਨੂੰ ਯਾਦ ਰੱਖਿਓ ਵੀ, ਠੀਕ ਹੈ ਜੀ। ਅੱਛਾ, ਫਿਰ ਨੈਸ਼ਨਲ ਅਸੈਂਬਲੀ ਨੇ ਕੀ ਕੀਤਾ, ਨੈਸ਼ਨਲ ਅਸੈਂਬਲੀ ਨੇ ਸਾਮੰਤਵਾਦ ਨੂੰ ਖਤਮ ਕੀਤਾ, ਟੋਟਲੀ ਸਾਮੰਤਵਾਦ ਨੂੰ ਖਤਮ ਕਰਤਾ ਸੀਗਾ। ਭਾਵੇਂ ਆਪਾਂ ਪੜ੍ਹ ਕੇ ਆਏ ਪਹਿਲਾਂ ਵੀ ਲੂਈ 14ਵੇਂ ਨੇ ਵੀ ਸਾਮੰਤਾਂ ਦੀ ਪਾਵਰਸ ਨੂੰ ਘਟਾਇਆ ਸੀਗਾ, ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਸੀ ਸਾਮੰਤਵਾਦ, ਠੀਕ ਹੈ। ਤੇ ਪਰ ਨੈਸ਼ਨਲ ਅਸੈਂਬਲੀ ਨੇ ਸਾਮੰਤਵਾਦ ਨੂੰ ਪੂਰੀ ਤਰ੍ਹਾਂ ਕੀ ਕੀਤਾ, ਖਤਮ ਕਰਤਾ। ਤੇ ਨਾਲ ਹੀ ਇਹਨੇ ਦੂਸਰਾ ਕੰਮ ਕੀ ਕੀਤਾ, ਸਾਰੇ ਲੋਕਾਂ ਦੇ ਉੱਪਰ ਟੈਕਸ ਲਾਇਆ। ਮਤਲਬ ਇਹ ਪਹਿਲੇ ਸਟੇਟ ਦੇ ਵੀ ਟੈਕਸ ਲੱਗੂਗਾ ਤੇ ਦੂਸਰੇ ਸਟੇਟ ਦੇ ਉੱਪਰ ਵੀ ਜਿਹੜਾ ਟੈਕਸ ਉਹ ਲੱਗੂਗਾ। ਬਹੁਤ ਸਾਰੇ ਜਿਹੜੇ ਪਹਿਲੇ ਸਟੇਟ ਦੇ ਤੇ ਦੂਸਰੇ ਸਟੇਟ ਦੇ ਲੋਕ ਸੀ ਉਹ ਟੈਕਸ
ਭਰਨ ਦੀ ਬਜਾਏ ਉਹ ਆਪਣੇ ਦੇਸ਼ ਨੂੰ ਛੱਡ ਕੇ ਚਲੇ ਗਏ, ਜਿਨ੍ਹਾਂ ਨੂੰ ਇਮੀਗ੍ਰੈਸ ਦੇ ਨਾਮ ਨਾਲ ਜਾਣਿਆ ਗਿਆ। ਇਮੀਗ੍ਰੈਸ ਦੇ ਨਾਮ ਨਾਲ ਜਾਣਿਆ ਗਿਆ। ਪਾਦਰੀਆਂ ਦੀ ਸੰਖਿਆ ਘਟਾ ਦਿੱਤੀ ਗਈ ਸੀ ਵੀ ਤੁਸੀਂ ਵਾਧੂ ਦਾ ਐਵੇਂ ਉਹ ਕਰਿਆ ਹੋਇਆ ਨਾ, ਤੁਸੀਂ ਲੋਕਾਂ ਦੇ ਕੰਮ ਨਹੀਂ ਆਉਂਦੇ, ਕਿ ਤੁਸੀਂ ਲੋਕਾਂ ਦੇ ਕੰਮ ਕਰੋ ਜਾ ਕੇ ਨਾ, ਆਪਣੇ ਹੱਕ ਹਲਾਲ ਦੀ ਕਮਾਈ ਕਰੋ, ਹੈ ਨਾ। ਤੇ ਵੈਸਟੀਲੇ ਕਿਲਾ ਆਪਾਂ ਦੇਖ ਚੁੱਕੇ ਹੈਗੇ। ਅੱਛਾ ਵੀ ਨੈਸ਼ਨਲ ਅਸੈਂਬਲੀ ਨੇ ਇੱਕ ਡੈਕਲੇਰੇਸ਼ਨ ਦਿੱਤਾ, ਤੇ ਉਹ ਡੈਕਲੇਰੇਸ਼ਨ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀਗਾ ਵੀ 1215 ਦੇ ਵਿੱਚ ਜਦੋਂ ਇੰਗਲੈਂਡ ਦੇ ਰਾਜੇ ਸਮਰਾਟ ਜੌਨ ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇੱਕ ਅਧਿਕਾਰ ਪੱਤਰ ਜਾਰੀ ਕੀਤਾ ਸੀ, ਜਿਹਨੂੰ ਮੈਗਨਾ ਕਾਰਟਾ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਤੇ ਸੈਕਿੰਡ ਜਿਹੜਾ 1791 ਦੇ ਵਿੱਚ ਬਿੱਲ ਆਫ ਰਾਈਟ ਦੇ ਨਾਮ ਦੇ ਨਾਲ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਜੋੜੇ ਗਏ ਸੀਗੇ। ਉਸ ਤੋਂ ਬਾਅਦ ਸੰਸਾਰ ਦੇ ਵਿੱਚ ਜਿਹੜੀ ਤੀਸਰੀ ਘਟਨਾ ਆਉਂਦੀ ਹੈ, ਉਹ ਆਉਂਦੀ ਹੈ ਰਾਈਟ ਆਫ ਮੈਨ ਐਂਡ ਸਿਟੀਜ਼ਨਸ਼ਿਪ, ਠੀਕ ਹੈ, ਜਿਹਦੇ ਵਿੱਚ ਇਸ ਡੈਕਲੇਰੇਸ਼ਨ ਦੇ ਵਿੱਚ ਕਿਹਾ ਗਿਆ ਵੀ ਅਸੀਂ ਇਸ ਪ੍ਰਕਾਰ ਦਾ ਸੰਵਿਧਾਨ ਬਣਾਵਾਂਗੇ, ਹਨਾ। ਇਹਦੇ ਵਿੱਚ ਕਿਹਾ ਗਿਆ ਵੀ ਅਸੀਂ ਸਾਰੇ ਲੋਕਾਂ ਨੂੰ ਬਰਾਬਰ ਦਾ ਹੱਕ ਦੇਵਾਂਗੇ। ਜੇ ਆਜ਼ਾਦੀ ਦੀ ਗੱਲ ਇਹਦੇ ਵਿੱਚ ਕੀਤੀ ਗਈ ਸੀ, ਬਰਾਬਰੀ ਦੀ ਹੱਕ ਕੀਤੀ ਗਈ ਸੀ, ਪਰ ਇਹਦਾ ਨੈਗੇਟਿਵ ਪਹਿਲੂ ਕੀ ਸੀਗਾ? ਇਹਦਾ ਨੈਗੇਟਿਵ ਪਹਿਲੂ ਇਹ ਸੀਗਾ ਵੀ ਇਹਦੇ ਵਿੱਚ ਜਿਹੜੇ ਦਾਸ ਲੋਕ ਸੀਗੇ, ਜਿਹੜੇ ਔਰਤਾਂ ਸੀਗੀਆਂ, ਇਹਨਾਂ ਨੂੰ ਕੋਈ ਅਧਿਕਾਰ ਦੀ ਗੱਲ ਇਹਦੇ ਵਿੱਚ ਨਹੀਂ ਕੀਤੀ ਗਈ, ਠੀਕ ਹੈ ਨੀ। ਇਹ ਵੀ ਇੱਕ ਚਰਨਜੀਤ, ਤੁਸੀਂ ਇਹ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਨਾ, ਤੁਸੀਂ ਇਹਦੇ ਉੱਪਰ ਮੈਸੇਜ ਕਰ ਦਿਓ ਜੇ ਨਹੀਂ ਹੋ ਰਹੀ, ਕੋਈ ਪ੍ਰੋਬਲਮ ਆ ਰਹੀ ਹੈ ਤਾਂ। ਹਾਂਜੀ, ਚਲੋ ਆਪਾਂ ਇੱਕ ਮਹਿਲਾ ਮਾਰਚ ਦੀ ਗੱਲ ਕਰਦੇ ਹਾਂ, ਕਿਉਂਕਿ ਦੇਖੋ ਮਹਿਲਾਵਾਂ ਨੂੰ ਅਧਿਕਾਰ ਨਹੀਂ ਦਿੱਤੇ ਗਏ ਸੀਗੇ। ਨੈਚੁਰਲੀ ਵੀ ਹੁਣ ਵੱਡੀ ਸੰਖਿਆ ਮਹਿਲਾਵਾਂ ਦੀ ਸੀਗੀ ਤੇ ਉਹਨੂੰ ਅਧਿਕਾਰ ਤੁਸੀਂ ਨਹੀਂ ਦਿਓਗੇ, ਦਾਸਾਂ ਨੂੰ ਤੁਸੀਂ ਅਧਿਕਾਰ ਨਹੀਂ ਦਿਓਗੇ ਨਾ। ਤਾਂ ਮਹਿਲਾਵਾਂ ਨੇ ਇੱਕ ਮਾਰਚ ਕੱਢਿਆ ਅਕਤੂਬਰ 1799 ਦੇ ਵਿੱਚ। ਅਕਤੂਬਰ 1799 ਚ ਇੱਕ ਮਾਰਚ ਕੱਢਿਆ ਗਿਆ ਤੇ ਕਿਸੇ ਨੇ ਅਫਵਾਹ ਫੈਲਾਤੀ ਸੀ, ਕਿਉਂਕਿ ਦੇਖੋ ਭੁੱਖਮਰੀ ਤਾਂ ਫੈਲੀ ਹੋਈ ਸੀਗੀ, ਭੋਜਨ ਦੀ ਬਹੁਤ ਵੱਡੀ ਮਾਤਰਾ 'ਚ ਕਮੀ ਆ ਰਹੀ ਸੀਗੀ, ਹੈ ਨਾ। ਤੇ ਇੱਕ ਕਿਸੇ ਨੇ ਅਫਵਾਹ ਫੈਲਾਤੀ ਇਹ ਵੀ ਵੱਡੀ ਮਾਤਰਾ ਦੇ ਵਿੱਚ ਵਰਸਾਏ ਦੇ ਮਹਿਲ ਦੇ ਵਿੱਚ ਭੋਜਨ ਜਿਹੜਾ ਉਹ ਰੱਖਿਆ ਗਿਆ ਹੈਗਾ, ਤਾਂ ਲੋਕ ਉਸ ਭੋਜਨ ਨੂੰ ਪ੍ਰਾਪਤ ਕਰਨ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਹਿਲ ਵੱਲ ਵਧਣਾ ਸ਼ੁਰੂ ਹੋ ਗਏ। ਮਹਿਲ ਕਿਉਂਕਿ ਬਹੁਤੇ ਲੋਕਾਂ ਨੇ ਦੇਖਿਆ ਨਹੀਂ ਸੀਗਾ, ਫਰਾਂਸ ਤੋਂ ਬਾਹਰ, ਪੈਰਿਸ ਤੋਂ ਬਾਹਰ ਸੀਗਾ ਮਹਿਲ ਉਹ, ਹਨਾ। ਤੇ ਜਦੋਂ ਉਹ ਮਹਿਲ ਦੇਖ ਕੇ ਆਏ ਤਾਂ ਹੈਰਾਨ ਰਹਿ ਗਏ। ਉਹਦੀ ਮੈਂ ਤੁਹਾਨੂੰ ਦਿਖਾਈ ਸੀ ਪਿਕਚਰਸ ਦੀਆਂ, ਉਹਦੀਆਂ ਜਿਹੜੀ ਖੂਬਸੂਰਤੀ ਸੀ ਦੇਖ ਕੇ ਹੈਰਾਨ ਰਹਿ ਗਏ। ਉਹ ਕਹਿੰਦੇ ਵੀ ਤੁਸੀਂ ਸਾਡੇ ਤੋਂ ਦੂਰ ਰਹਿੰਦੇ ਹੋ, ਸਾਡੀਆਂ ਸਮੱਸਿਆਵਾਂ ਨੂੰ ਤੁਸੀਂ ਸਮਝ ਨਹੀਂ ਸਕਦੇ। ਦੇਖੋ ਅਜੇ ਤੱਕ ਵੀ ਲੋਕ ਜਿਹੜੇ ਸੀਗੇ ਇਹ ਰਾਜੇ ਦੇ ਨਾਲ ਸੀ, ਰਾਜੇ ਨੂੰ ਹਟਾਉਣਾ ਨਹੀਂ ਚਾਹੁੰਦੇ ਸੀਗੇ। ਉਹ ਕਹਿੰਦੇ ਚਲੋ ਭਾਈ ਰਾਜੇ ਨੂੰ ਨਾਲ ਹੀ ਲੈ ਗਏ, ਆਪਣੇ ਉਹ ਨਾ ਮੈਰੀਟ ਐਂਟਨੀ ਨੂੰ ਨਾਲ ਲੈ ਗਏ ਵੀ ਚਲੋ ਤੁਸੀਂ ਸਾਡੇ ਨਾਲ ਪੈਰਿਸ ਦੇ ਵਿੱਚ ਜਾ ਕੇ ਰਹੋ, ਹਨਾ। ਉੱਥੇ ਜਾ ਕੇ ਉਹ ਪੈਰਿਸ ਦੇ ਵਿੱਚ ਰਹਿਣ ਲੱਗੇ, ਛੋਟੇ ਮਹਿਲ ਦੇ ਵਿੱਚ ਜਾ ਕੇ ਰਹਿਣ ਲੱਗੇ। ਅਗਲੀ ਗੱਲ ਦੇਖਦੇ ਹਾਂ, 1790 ਆਉਂਦੇ ਤੱਕ ਬਹੁਤ ਸਾਰੇ ਪੋਲੀਟੀਕਲ ਗਰੁੱਪ ਬਣ ਗਏ ਸੀਗੇ, ਠੀਕ ਹੈ। ਹਜੇ ਵੀ ਰਾਜੇ ਨੂੰ ਹਟਾਇਆ ਨਹੀਂ ਗਿਆ ਸੀ, ਦੇਖੋ, ਠੀਕ ਹੈ। ਜਿਹੜੇ ਲੋਕ ਰਾਜੇ ਦੇ ਨਾਲ ਸੀਗੇ, ਠੀਕ ਹੈ ਜੀ, ਉਹਨਾਂ ਨੂੰ ਅਸੀਂ ਰਾਈਟ ਪੱਖ ਦੇ ਬੋਲ ਦਿੰਦੇ, ਜਿਹੜੇ ਉਹਦੇ ਉਲਟ ਸੀ ਉਹਨੂੰ ਅਸੀਂ ਲੈਫਟ ਬੋਲ ਦਿੰਦੇ ਸੀਗੇ, ਹੈ ਨਾ। ਤੇ ਜਿਹੜੇ ਰਾਜੇ ਦੇ ਨਾਲ ਸੀ ਉਹ ਰਾਈਟ ਸੀਗੇ, ਤੇ ਜਿਹੜੇ ਇੱਥੋਂ ਹੀ ਫਿਰ ਲੈਫਟ ਤੇ ਰਾਈਟ ਦਾ ਮਤਲਬ ਫਰਕ ਹੋਇਆ ਸੀਗਾ, ਠੀਕ ਹੈ, ਜਿਵੇਂ ਆਪਾਂ ਕਹਿੰਦੇ ਲੈਫਟ ਵਿੰਗ ਦਾ ਜਾਂ ਰਾਈਟ ਵਿੰਗ ਦਾ। ਇਹ ਤੇ ਰਾਜੇ ਦੇ ਬਾਰੇ ਆਪਣੇ ਅਲੱਗ-ਅਲੱਗ ਵਿਚਾਰ ਰੱਖਦੇ ਸੀ। ਕੋਈ ਕਹਿੰਦਾ ਵੀ ਰਾਜੇ ਨੂੰ ਹਟਾ ਦੇਣਾ ਚਾਹੀਦਾ ਹੈ, ਕੋਈ ਕਹਿੰਦਾ ਨਹੀਂ ਰਾਜੇ ਨੂੰ ਹੋਣਾ ਚਾਹੀਦਾ ਹੈਗਾ, ਕੋਈ ਕਹਿੰਦੇ ਸੀ ਵੀ ਨਹੀਂ, ਜਿਵੇਂ ਇੰਗਲੈਂਡ ਦੇ ਵਿੱਚ ਸਿਸਟਮ ਚੱਲਦਾ ਆ ਰਿਹਾ ਹੈਗਾ ਵੀ ਸਰਕਾਰ ਜਿਹੜੀ ਹੈ ਲੋਕਤੰਤਰੀ ਤਰੀਕੇ ਨਾਲ ਚੱਲੂਗੀ ਜਾਂ ਗਣਤੰਤਰੀ ਤਰੀਕੇ ਨਾਲ ਚੱਲੂਗੀ। ਤੇ ਲੋਕਤੰਤਰੀ ਤਰੀਕੇ ਨਾਲ ਚੱਲੂ, ਗਣਤੰਤਰ ਚਲੋ ਅਲੱਗ ਚੀਜ਼ ਹੈ। ਤੇ ਕੋਈ ਕਹਿੰਦਾ ਰਾਜੇ ਨੂੰ ਹਟਾ ਦੇਣਾ ਚਾਹੀਦਾ ਹੈ, ਠੀਕ ਹੈ। ਤੇ ਬਹੁਤ ਸਾਰੇ ਕਲੱਬ ਬਣ ਗਏ ਸੀਗੇ। ਇਸ ਕਲੱਬਾਂ ਦੇ ਵਿੱਚੋਂ ਦੋ ਕਲੱਬ ਜ਼ਿਆਦਾ ਇੰਪੋਰਟੈਂਟ ਨੇਗੇ। ਇੱਕ ਜੈਕੋਬਿਨ ਕਲੱਬ ਸੀਗਾ, ਜਿਹਦਾ ਮੈਂਬਰ ਤੁਸੀਂ ਕਮੈਂਟ ਕਰਕੇ ਦੱਸੋ ਕੌਣ ਸੀ ਮੈਂਬਰ ਇਹਦਾ। ਤੇ ਜਿਵੇਂ ਭਾਰਤ ਦੇ ਸ਼ਾਸਕ ਦਾ ਨਾਮ ਦੱਸਣਾ ਤੁਸੀਂ ਵੀ, ਉਹ 1799 ਦੀ ਲੜਾਈ ਦੇ ਵਿੱਚ ਮਾਰਿਆ ਗਿਆ ਸੀਗਾ, ਠੀਕ ਹੈ, ਅੰਗਰੇਜ਼ਾਂ ਦੇ ਨਾਲ ਲੜਦਾ ਹੋਇਆ। ਉਹ ਜੈਕੋਬਿਨ ਕਲੱਬ ਦਾ ਮੈਂਬਰ ਵੀ ਸੀਗਾ। ਤੇ ਕਾਫੀ ਰੈਡੀਕਲ ਕ੍ਰਾਂਤੀਕਾਰੀ ਸੀਗੇ ਬਈ ਜਿਹੜੇ ਜੈਕੋਬਿਨ ਸੀਗੇ, ਠੀਕ ਹੈ ਜੀ। ਇੱਕ ਜਾਰਡਨਸ, ਇਹ ਕਾਫੀ ਉਦਾਰਵਾਦੀ ਸੀਗੇ। ਇੱਕ ਔਰਤਾਂ ਦਾ ਵੀ ਸੀਗਾ, ਸੋਸਾਇਟੀ ਆਫ ਰੈਵੋਲੂਸ਼ਨ ਰਿਪਬਲਿਕ, ਠੀਕ ਹੈ, ਇਹ ਔਰਤਾਂ ਦਾ ਕਲੱਬ ਬਣਿਆ ਹੋਇਆ ਸੀਗਾ, ਠੀਕ ਹੈ। ਇਸ ਕਲੱਬ ਦੇ ਅੱਛਾ ਇਸੇ ਕਲੱਬਾਂ ਦੇ ਵਿੱਚੋਂ ਹੀ ਵਾਰੀ-ਵਾਰੀ ਬਾਅਦ ਦੇ ਵਿੱਚ ਸੱਤਾ ਜਿਹੜੀ ਸੀ ਉਹ ਟ੍ਰਾਂਸਫਰ ਹੁੰਦੀ ਰਹੀ ਹੈ। ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਦੇਖੋ ਜਿਹੜੇ ਜੈਕੋਬਿਨ ਸੀਗੇ ਇਹ ਕੀ ਮੰਨਦੇ ਸੀਗੇ? ਜੈਕੋਬਿਨ ਕਹਿੰਦੇ ਭਾਵੇਂ ਨੈਸ਼ਨਲ ਅਸੈਂਬਲੀ ਬਣ ਚੁੱਕੀ ਹੈਗੀ, ਭਾਵੇਂ ਅਸੀਂ ਇੱਕ ਗਣਤੰਤਰ ਵੱਲ ਵਧ ਰਹੇ ਹਾਂ ਤੇ ਗਣਤੰਤਰ ਅਸੀਂ ਬਣਾਵਾਂਗੇ, ਹਾਂ ਵੈਰੀ ਗੁੱਡ, ਸ਼ਾਬਾਸ਼ ਲਵਪ੍ਰੀਤ। ਉਹ ਮੰਨਦੇ ਸੀ ਵੀ ਜਿਹੜੀ ਪਾਵਰਸ ਹੈਗੀ ਇਹ ਤੀਸਰੇ ਸਟੇਟ ਦੇ ਕੋਲੇ ਹੀ ਆ ਚੁੱਕੀ ਹੈ, ਭਾਵੇਂ ਤੀਸਰੇ ਸਟੇਟ ਦੇ ਕੋਲ ਆ ਚੁੱਕੀ ਹੈ, ਪਰ ਤੀਸਰੇ ਸਟੇਟ ਦੇ ਵਿੱਚ ਵੀ ਉਹਨਾਂ ਲੋਕਾਂ ਕੋਲੇ ਆ ਚੁੱਕੀ ਹੈ ਜਿਹੜੇ ਪਹਿਲਾਂ ਹੀ ਅਮੀਰ ਸੀਗੇ, ਉਹਦੇ ਵਿੱਚੋਂ ਸ਼ਾਹੂਕਾਰ ਲੋਕ ਸੀਗੇ, ਪੜ੍ਹੇ ਲਿਖੇ ਜ਼ਿਆਦਾ ਲੋਕ ਸੀਗੇ, ਕਾਨੂੰਨੀ ਲੋਕ ਸੀ, ਉਹਨਾਂ ਕੋਲ ਆ ਚੁੱਕੀ ਹੈ। ਤੇ ਉਹ ਗਰੀਬ ਲੋਕਾਂ ਦੇ ਨਾਲ ਕੋਈ ਬਾਹਲੀ ਹਮਦਰਦੀ ਨਹੀਂ ਰੱਖਦੇ ਸੀਗੇ, ਮਜ਼ਦੂਰਾਂ ਦੇ ਨਾਲ ਜਾਂ ਜਿਹੜੇ ਲੋਅਰ ਲੈਵਲ ਦੇ ਲੋਕ ਸੀ ਉਹਨਾਂ ਨੂੰ ਕੋਈ ਜ਼ਿਆਦਾ ਹਮਦਰਦੀ ਨਹੀਂ ਰੱਖਦੇ ਸੀਗੇ। ਤੇ ਉਸ ਲੋਕਾਂ ਦੇ ਨਾਲ ਹਮਦਰਦੀ ਰੱਖਣ ਵਾਲਾ ਜਿਹੜਾ ਬੰਦਾ ਸੀ ਜਾਂ ਉਹਨਾਂ ਦਾ ਜਿਹੜਾ ਨੇਤਾ ਸੀ, ਉਹਦਾ ਨਾਮ ਸੀ ਜੀ ਮੈਕਸੀਮੀਲੀਅਨ ਰੌਬਸਪੀਅਰ, ਠੀਕ ਹੈ। ਇਹ ਤੁਸੀਂ ਪਿਕਚਰ ਉਹਦੀ ਦੇਖ ਸਕਦੇ ਹੋ, ਰੌਬਸਪੀਅਰ। ਇਹ ਆਪਾਂ ਅੱਗੇ ਚਰਚਾ ਕਰਾਂਗੇ, ਉਹਦੇ ਬਾਰੇ ਗੱਲ ਕਰਾਂਗੇ ਆਪਾਂ। ਤਾਂ ਜੈਕੋਬਿਨ ਨੂੰ ਯਾਦ ਰੱਖਿਓ ਜੀ। ਅੱਗੇ ਆਪਾਂ ਗੱਲ ਕਰਦੇ ਹਾਂ 1791 ਆ ਚੁੱਕਿਆ ਜੀ। ਲੂਈ 16ਵਾਂ, ਤਾਂ ਲੂਈ 16ਵਾਂ ਕਿਸੇ ਵਜ੍ਹਾ ਕਰਕੇ ਡਰ ਗਿਆ ਸੀ ਵੀ ਸ਼ਾਇਦ ਮੈਨੂੰ ਕਿਤੇ ਮਾਰ ਨਾ ਦੇਣ, ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ, ਠੀਕ ਹੈ, ਪਰ ਉਹਨੂੰ ਆਪਣੀ ਪਤਨੀ ਸਮੇਤ ਫੜ ਲਿਆ ਗਿਆ। ਤੇ ਹੁਣ ਦੇਖੋ ਪਹਿਲਾਂ ਵੀ ਵਿਚਾਰ ਸੀਗੇ ਵੀ ਜਿਹੜੇ ਜੈਕੋਬਿਨ ਸੀਗੇ ਉਹ ਤਾਂ ਰਾਜੇ ਨੂੰ ਹਟਾਉਣਾ ਚਾਹੁੰਦੇ ਸੀਗੇ, ਪਰ ਜਿਹੜੇ ਉਦਾਰਵਾਦੀ ਲੋਕ ਸੀ ਉਹ ਰਾਜੇ ਨੂੰ ਰੱਖਣਾ ਚਾਹੁੰਦੇ ਸੀ ਆਪਣੀ
ਵੀ ਹਾਂ ਭਈ ਕੋਈ ਗੱਲ ਨਹੀਂ, ਠੀਕ ਹੈ। ਪਰ ਨੈਸ਼ਨਲ ਅਸੈਂਬਲੀ ਕਹਿੰਦੀ ਸੀ ਵੀ ਇੰਗਲੈਂਡ ਦੀ ਤਰ੍ਹਾਂ ਹੋਏ ਸਾਡਾ ਸਿਸਟਮ, ਹੈ ਨਾ, ਮਤਲਬ ਪਾਵਰਾਂ ਰਾਜੇ ਕੋਲ, ਰਾਜਾ ਤਾਂ ਰਹੇ ਪਰ ਰਾਜੇ ਕੋਲ ਕੋਈ ਪਾਵਰਾਂ ਨਾ ਰਹਿਣ, ਠੀਕ ਹੈ। ਅੱਛਾ ਅੱਛਾ, ਇਸੇ ਗੱਲ ਨੂੰ ਲੈ ਕੇ ਨੈਸ਼ਨਲ ਅਸੈਂਬਲੀ ਤੇ ਜੈਕੋਬਿਨ ਦੇ ਵਿਚਕਾਰ ਵਿਵਾਦ ਹੋ ਗਿਆ ਸੀਗਾ, ਤੇ ਨੈਸ਼ਨਲ ਅਸੈਂਬਲੀ ਨੇ ਜੈਕੋਬਿਨ ਦੇ ਉੱਪਰ ਕੀ ਚਲਾਤੀ ਸੀਗੀ, ਗੋਲੀ ਵੀ ਚਲਾਤੀ ਸੀ, ਠੀਕ ਹੈ ਨਾ। ਤਾਂ ਇਹ ਕਾਫੀ ਇੰਪੋਰਟੈਂਟ ਘਟਨਾ ਮੰਨੀ ਜਾਂਦੀ ਉਸ ਟਾਈਮ ਦੀ। ਅੱਛਾ, ਆਪਾਂ ਲੈਜਿਸਲੇਟਿਵ ਅਸੈਂਬਲੀ ਦੀ ਗੱਲ ਕਰਦੇ ਹਾਂ। ਸਤੰਬਰ 1791 ਦੇ ਵਿੱਚ ਇਹਦਾ ਗਠਨ ਹੁੰਦਾ ਹੈਗਾ। ਨਵਾਂ ਸੰਵਿਧਾਨ ਬਣਾਉਂਦੀ ਹੈ ਇਹ। ਰਾਜੇ ਨੂੰ ਇਸ ਦਾ ਮੁਖੀ ਬਣਾਇਆ ਜਾਂਦਾ, ਜਿਵੇਂ ਸਿਸਟਮ ਉਸੇ ਤਰ੍ਹਾਂ ਦਾ ਲਿਆਉਣ ਦੀ ਗੱਲ ਕੀਤੀ ਗਈ ਸੀਗੀ, ਪਰ ਇਹ ਸਾਲ ਦੇ ਵਿੱਚ ਇਹ ਪੂਰੀ ਤਰ੍ਹਾਂ ਸਿਸਟਮ ਇਹ ਫੇਲ ਹੋ ਗਿਆ ਸੀਗਾ, ਇਹਦੇ ਕੰਟਰੋਲ ਨਹੀਂ ਰਹਿ ਸਕਿਆ ਸੀਗਾ, ਹਨਾ। ਅੱਛਾ ਦੇਖੋ ਜੀ, ਹੁਣ ਅਗਲੀ ਗੱਲ ਦੇਖੋ ਜੀ, ਧਿਆਨ ਨਾਲ ਸੁਣੋ। ਆਸਟਰੀਆ ਦਾ ਰਾਜਾ ਤੇ ਹੋਰ ਜਿਹੜੇ ਆਸੇ-ਪਾਸੇ ਦੇ ਰਾਜੇ ਸੀਗੇ, ਆਸਟਰੀਆ ਕਿਉਂਕਿ ਇਹਦਾ ਸਹੁਰਾ ਪਰਿਵਾਰ ਸੀਗਾ, ਹਨਾ, ਜਿਹੜੀ ਮਹਾਰਾਣੀ ਮੈਰੀ ਐਂਟੋਨੀਓ ਸੀਗੀ, ਉਹ ਉਸ ਤੋਂ ਪਹਿਲਾਂ ਰਾਜਕੁਮਾਰੀ ਸੀ ਆਸਟਰੀਆ ਦੀ, ਤਾਂ ਇਸ ਕਰਕੇ ਜਿਹੜਾ ਆਸਟਰੀਆ ਦਾ ਰਾਜਾ ਸੀ ਤੇ ਹੋਰ ਰਾਜੇ ਸੀਗੇ, ਇਹ ਲੂਈ 16ਵੇਂ ਦੀ ਤਾਕਤ ਨੂੰ ਫਿਰ ਤੋਂ ਬਹਾਲ ਕਰਨਾ ਚਾਹੁੰਦੇ ਸੀਗੇ। ਇਹ ਗੱਲ ਲੋਕਾਂ ਤੱਕ ਪਹੁੰਚੀ, ਲੋਕ ਕਹਿੰਦੇ ਵੀ ਸ਼ਾਇਦ ਇਹ ਲੂਈ 16ਵੇਂ ਦੇ ਕਹਿਣ ਤੇ ਹੀ ਇਹੋ ਜਿਹਾ ਕੁਝ ਕਰਨਾ ਚਾਹੁੰਦੇ ਨੇਗੇ, ਹਨਾ। ਤੇ ਲੋਕਾਂ ਦੇ ਅੰਦਰ ਬੜਾ ਗੁੱਸਾ ਆ ਗਿਆ ਬਈ, ਖਾਸ ਕਰਕੇ ਜਿਹੜੇ ਜੈਕੋਬਿਨ ਸੀ ਉਹਨਾਂ ਦੇ ਅੰਦਰ ਬੜਾ ਗੁੱਸਾ ਆ ਗਿਆ ਨਾ, ਤੀਸਰੇ ਛੇੜੇ ਦੇ ਅੰਦਰ ਬੜਾ ਗੁੱਸਾ ਆ ਗਿਆ। ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਫਰਾਂਸ ਨੇ ਆਸਟਰੀਆ ਤੇ ਹੋਰ ਰਾਜਾਂ ਦੇ ਗੁੱਟ ਨੂੰ ਬਣਨ ਤੋਂ ਪਹਿਲਾਂ ਹੀ ਕੀ ਕਰਤਾ ਜੀ, ਆਸਟਰੀਆ ਤੇ ਪਰਸੀਆ ਦੇ ਉੱਪਰ ਕੀ ਕਰਤਾ, ਹਮਲਾ ਕਰਤਾ, ਠੀਕ ਹੈ। ਹਮਲਾ ਕਰਤਾ ਮਤਲਬ ਵੀ ਤੁਸੀਂ ਸਾਡੇ ਤੇ ਕੀ ਹਮਲਾ ਕਰੋਗੇ, ਅਸੀਂ ਤੁਹਾਡੇ ਦੇ ਉੱਪਰ ਕੀ ਕਰ ਰਹੇ ਹਾਂ, ਹਮਲਾ ਕਰ ਰਹੇ ਹਾਂ, ਠੀਕ ਹੈ। ਅੱਛਾ 1792 ਦੇਖੋ, ਠੀਕ ਹੈ, 1792 ਜੈਕੋਬਿਨਸ, ਠੀਕ ਹੈ, ਇਹਨਾਂ ਦੀ ਭੀੜ ਸੀ ਜੈਕੋਬਿਨਸ ਦੀ, ਉਹਨਾਂ ਨੇ ਰਾਜੇ ਦੇ ਉੱਪਰ ਹਮਲਾ ਕਰਤਾ, ਠੀਕ ਹੈ। ਉਹ ਜਾਣ ਬਚਾ ਕੇ ਨੈਸ਼ਨਲ ਅਸੈਂਬਲੀ ਕੋਲੇ ਆਏ, ਨੈਸ਼ਨਲ ਅਸੈਂਬਲੀ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ ਬਈ, ਹਨਾ। ਲੂਈ 16ਵੇਂ ਦੇ ਖਿਲਾਫ ਮੁਕੱਦਮਾ ਚਲਾਇਆ ਗਿਆ, ਤੇ ਇਸ ਮੁਕੱਦਮੇ ਦੇ ਵਿੱਚ ਉਹਨੂੰ ਦੋਸ਼ੀ ਪਾਇਆ ਗਿਆ। ਕਿਉਂ ਦੋਸ਼ੀ ਪਾਇਆ ਗਿਆ, ਵੀ ਤੇਰੀ ਬਦੌਲਤ ਹੀ, ਤੇਰੀ ਵਜ੍ਹਾ ਕਰਕੇ ਵਿਚਾਰਾ ਵੀ ਭਾਂਗੇ ਦੇ ਪਾਣੀ ਮਾਰਿਆ ਗਿਆ, ਭੱਜਣ ਦੀ ਕੋਸ਼ਿਸ਼ ਇਹਨੇ ਕੀਤੀ ਸੀ, ਫੜਿਆ ਗਿਆ। ਹੁਣ ਬਈ ਜਿਹੜਾ ਆਸਟਰੀਆ ਦਾ ਰਾਜਾ ਸੀ ਉਹ ਇਹਦਾ ਸਾਲਾ ਸੀਗਾ, ਲੂਈ 16ਵੇਂ ਦਾ ਸਾਲਾ ਸੀ, ਉਹ ਤਾਂ ਆਪਣੇ ਜੀਜੇ ਨੂੰ ਤਾਂ ਦੁਬਾਰਾ ਗੱਦੀ ਦਵਾਉਣਾ ਚਾਹੁੰਦਾ ਸੀਗਾ, ਹਨਾ। ਲੂਈ 16ਵੇਂ ਦੇ ਖਿਲਾਫ ਮੁਕੱਦਮਾ ਚਲਾਇਆ ਗਿਆ, ਤੇ 1793 ਦੇ ਵਿੱਚ, ਜਨਵਰੀ 1793 ਦੇ ਵਿੱਚ ਗਿਲੋਟਿਨ ਬਾਰੇ ਆਪਾਂ ਗੱਲ ਕਰਦੇ ਹਾਂ, ਇੱਕ ਯੰਤਰ ਹੈਗਾ ਇਹ, ਤਾਂ ਗਿਲੋਟਿਨ ਦੁਆਰਾ ਲੂਈ 16ਵੇਂ ਨੂੰ ਕੀ ਕਰ ਦਿੱਤੀ ਗਈ ਸੀ, ਫਾਂਸੀ ਦੇ ਦਿੱਤੀ ਗਈ ਸੀ। ਇਸ ਤਰ੍ਹਾਂ ਪੂਰੀ ਤਰ੍ਹਾਂ ਜਿਹੜਾ ਰਾਜਸ਼ਾਹੀ ਸੀ ਉਹਦਾ ਕੀ ਕੀਤਾ ਗਿਆ ਸੀ, ਅੰਤ ਕਰ ਦਿੱਤਾ ਗਿਆ ਸੀ। ਦੇਖੋ ਗਿਲੋਟਿਨ ਹੈਗਾ, ਦੇਖੋ ਆ ਇੱਕ ਤੇਜ਼ ਤਿੱਖਾ ਇੱਕ ਬਲੇਡ ਹੈਗਾ, ਠੀਕ ਹੈ। ਇਹਦੇ ਵਿੱਚ ਬੰਦੇ ਨੂੰ ਪਾ ਦਿੱਤਾ ਜਾਂਦਾ ਹੈ, ਤੇ ਇਹਦੇ ਵਿੱਚ ਲਟਾ ਦਿੱਤਾ ਜਾਂਦਾ ਹੈਗਾ, ਤੇ ਇੱਕਦਮ ਇਹ ਬਲੇਡ ਨੂੰ ਡਿੱਗਿਆ ਜਾਂਦਾ, ਤੇ ਉਹਦੇ ਨਾਲ ਬੰਦੇ ਦੀ ਗਰਦਨ ਜਿਹੜੀ ਉਹ ਅਲੱਗ ਹੋ ਜਾਂਦੀ ਹੈ। ਇਹ ਕਹਿੰਦਾ ਵੀ ਇਹਦੇ ਵਿੱਚ ਦਰਦ ਨਹੀਂ ਹੁੰਦਾ ਹੈਗਾ, ਇੱਕਦਮ ਬੜਾ ਬੰਦਾ ਜਿਹੜਾ ਤੜਫ ਕੇ ਨਹੀਂ ਮਰਦਾ ਹੁੰਦਾ, ਤਾਂ ਇਸ ਤਰੀਕੇ ਨਾਲ ਵਿਅਕਤੀ ਨੂੰ ਜਿਹੜੀ ਮੌਤ ਦੀ ਸਜ਼ਾ ਸੀ ਉਹ ਦਿੱਤੀ ਜਾਂਦੀ ਸੀ, ਠੀਕ ਹੈ ਜੀ। ਫਰਾਂਸ ਦਾ ਰਾਸ਼ਟਰੀ ਗੀਤ ਮੌਰਸੇ ਸੀਗਾ, ਤੇ ਲਿਖਿਆ ਸੀ ਲੈਜ਼ੋਡੀ ਲਿਸਨ ਨੇ, ਲੈਜ਼ੋਡੀ ਲਿਸਨ ਲਿਖਿਆ ਸੀ। ਇੰਪੋਰਟੈਂਟ ਹੈ ਜੀ, ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਵੈਰੀ ਇੰਪੋਰਟੈਂਟ ਹੋ ਸਕਦਾ ਬਈ, ਠੀਕ ਹੈ। ਚਲੋ ਆਪਾਂ ਹੁਣ ਗੱਲ ਕਰਦੇ ਹਾਂ ਵੀ ਕਿਹਦਾ ਸ਼ਾਸਕ ਆਇਆ ਬਈ, ਨੈਸ਼ਨਲ ਕਨਵੈਨਸ਼ਨ ਦਾ ਸ਼ਾਸਨ ਆਇਆਗਾ, ਜਿਹੜਾ ਕਿ ਸਤੰਬਰ 1792 ਤੋਂ ਲੈ ਕੇ ਅਕਤੂਬਰ 1795 ਤੱਕ ਦਾ ਸ਼ਾਸਨ ਇਹਦਾ ਰਹਿੰਦਾ ਹੈ, ਠੀਕ ਹੈ। ਅੱਛਾ, ਇਹਨੇ ਕੀ ਕੀਤਾ, ਇਹਨੇ 21 ਸਾਲ ਤੋਂ ਉੱਪਰ ਜਿਹੜੇ ਪੁਰਸ਼ ਲੋਕ ਸੀਗੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ, ਠੀਕ ਹੈ ਜੀ। ਇਸੇ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਇੱਕ ਕਮੇਟੀ ਬਣਦੀ ਹੈ ਜਿਹਦਾ ਨਾਮ ਸੀ ਜੀ ਕਮੇਟੀ ਆਫ ਪਬਲਿਕ ਸੇਫਟੀ, ਨਾਮ ਦੀ ਪਬਲਿਕ ਸੇਫਟੀ ਸੀਗੀ ਇਹ, ਠੀਕ ਹੈ ਨਾ। ਇਸ ਕਮੇਟੀ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਜੈਕੋਬਿਨ ਸੀਗੇ, ਤੁਹਾਨੂੰ ਪਤਾ ਵੀ ਉਹ ਰੈਡੀਕਲ ਸੀਗੇ ਲੋਕ, ਉਹ ਕ੍ਰਾਂਤੀਕਾਰੀ ਰੈਡੀਕਲ ਸੀਗੇ, ਉਹ ਪਾਵਰ ਦਾ ਬੜਾ ਦੁਰਉਪਯੋਗ ਕਰਦੇ ਸੀਗੇ। ਤੇ ਜਿਹੜੇ ਰੈਡੀਕਲ ਲੋਕ ਸੀਗੇ ਇਹਨਾਂ ਦਾ ਜਿਹੜਾ ਨੇਤਾ ਸੀ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਉਹ ਰੌਬਸਪੀਅਰ ਸੀਗਾ। ਰੌਬਸਪੀਅਰ ਦੇ ਕਾਲ ਨੂੰ, ਕਿਉਂਕਿ ਜਿਹੜੀ ਪਾਵਰ ਸੀ ਉਹ ਰੌਬਸਪੀਅਰ ਦੇ ਹੱਥ ਦੇ ਵਿੱਚ ਆ ਗਈ ਸੀ, ਤਾਂ 1793 ਜਿਹੜਾ ਜੂਨ 1793 ਸੀਗਾ ਤੇ ਜੁਲਾਈ 1794 ਤੱਕ ਦਾ ਲਗਭਗ 13 ਮਹੀਨਿਆਂ ਦਾ ਜਿਹੜਾ ਸ਼ਾਸਨ ਕਾਲ ਰਿਹਾ ਹੈਗਾ, ਉਹ ਆਤੰਕ ਦਾ ਕਾਲ ਮੰਨਿਆ ਜਾਂਦਾ। ਆਤੰਕ ਦਾ ਕਾਲ ਕਿਉਂ ਮੰਨਿਆ ਜਾਂਦਾ ਬਈ, ਕਿਉਂਕਿ ਜਿਹੜਾ ਵਿਅਕਤੀ ਵੀ ਥੋੜਾ ਬਹੁਤ ਵੀ ਕੋਈ ਲੱਗਦਾ ਸੀ ਵੀ ਸਾਡੇ ਖਿਲਾਫ ਚੱਲਦਾ, ਈਵਨ ਕਿ ਜਿਹੜੇ ਜੈਕੋਬਿਨ ਸੀਗੇ ਥੋੜੇ ਜਿਹੇ ਉਹਦੇ ਵਿੱਚ ਵੀ ਕੁਝ ਵਿਚਾਰਾਂ, ਮਤਲਬ ਇਹੋ ਜਿਹੇ ਵਿਚਾਰ ਰੱਖਦੇ ਸੀ ਜਿਹੜੇ ਇਹ ਰੌਬਸਪੀਅਰ ਵਰਗਿਆਂ ਨੂੰ ਨਹੀਂ ਸ਼ੂਟ ਕਰਦੇ ਸੀਗੇ, ਤਾਂ ਉਹਨਾਂ ਨੂੰ ਵੀ ਕੀ ਕਰਤਾ ਜੀ, ਮਤਲਬ ਇੱਕ ਤਰ੍ਹਾਂ ਦਾ ਮਾਰਨਾ ਸ਼ੁਰੂ ਕਰਤਾ। ਲਗਭਗ 16,500 ਦੇ ਕਰੀਬ ਜਿਹੜੇ ਲੋਕ ਸੀਗੇ ਫਾਂਸੀ ਦੇ ਉੱਪਰ ਗਿਲੋਟਾਈਨ ਦੁਆਰਾ ਇਹਨੂੰ ਫਾਂਸੀ ਜਿਹੜੀ ਸੀ ਉਹ ਦੇ ਦਿੱਤੀ ਗਈ ਸੀ। ਕੁਝ ਕੰਮ ਕੀਤੇ ਸੀ ਇਹਨੇ, ਕਿਹੜੇ ਕੀਤੇ ਸੀ, ਜਿਵੇਂ ਦਾਸ ਪ੍ਰਥਾ ਦਾ ਅੰਤ ਕਰਨਾ ਹੈ ਜੀ, ਨਵਾਂ ਕੈਲੰਡਰ ਜਾਰੀ ਕਰਨਾ, ਲੋਕਾਂ ਨੂੰ ਨਵਾਂ ਕੈਲੰਡਰ ਸਮਝ ਨਹੀਂ ਆਉਂਦਾ ਸੀਗਾ। ਆਤੰਕ ਦਾ ਕਾਲ ਇੰਨਾ ਜ਼ਿਆਦਾ, ਮਤਲਬ ਲੋਕ ਉਹ ਤੋਂ ਦੁਖੀ ਆ ਗਏ ਸੀਗੇ, ਹੁਣ ਇਹ ਨਹੀਂ ਪਤਾ ਸੀ ਵੀ ਤੁਸੀਂ ਹੁਣ ਜਿਉਂਦੇ ਹੋਗੇ, ਐ ਨਹੀਂ ਪਤਾ ਤੁਸੀਂ ਕੱਲ ਨੂੰ ਜਿਉਂਦੇ ਰਹੋ ਜਾਂ ਨਾ ਰਹੋ, ਮਤਲਬ ਜਿਹਨੂੰ ਮਰਜ਼ੀ ਉਹ ਚੱਕ ਕੇ ਮਾਰ ਦਿੰਦੇ ਸੀਗੇ, ਹਨਾ। ਤਾਂ ਲੋਕ ਇਹਨਾਂ ਤੋਂ ਤੰਗ ਆ ਚੁੱਕੇ ਸੀ ਬਈ, ਰੌਬਸਪੀਅਰ ਤੋਂ ਖਾਸ ਕਰਕੇ ਤੰਗ ਆ ਚੁੱਕੇ ਸੀਗੇ। ਤਾਂ ਰੌਬਸਪੀਅਰ ਇੱਕ ਕੁਐਸਚਨ ਆਇਆ ਹੋਇਆ ਪਹਿਲਾਂ ਪੇਪਰ ਦੇ ਵਿੱਚ, ਤੁਸੀਂ ਚੈੱਕ ਕਰਿਓ, ਮੈਂ ਇਹਦੀ ਤੁਹਾਨੂੰ ਕੱਲ MCQ ਵੀ ਦੇਣੀ ਹੈ ਇਹਦੀ ਕਲਾਸ ਦੀ, ਤਾਂ ਇਸ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਬਈ, ਹਾਂਜੀ। ਤਾਂ ਲੋਕ ਇਹ ਤੋਂ ਤੰਗ ਆ ਚੁੱਕੇ ਸੀ ਬਈ, ਤਾਂ ਫਿਰ ਜੈਕੋਬਿਨਸ ਦੇ ਵਿੱਚੋਂ ਹੀ ਜਿਹੜੇ ਕੁਝ ਲੋਕ ਸੀਗੇ ਉਹਨਾਂ ਨੇ ਰੌਬਸਪੀਅਰ ਦੇ ਆਤੰਕ ਦੇ ਉੱਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਤੇ ਫਿਰ ਰੌਬਸਪੀਅਰ ਨੂੰ ਵੀ, ਜਿਹਦੇ ਦੁਆਰਾ ਉਹ ਗਿਲੋਟਿਨਸ ਦੁਆਰਾ ਜਿਹੜੀ ਪਾਵਰਸ ਦਾ ਇਸਤੇਮਾਲ ਕਰਕੇ ਉਹ ਲੋਕਾਂ ਨੂੰ ਸਜ਼ਾ ਦਿਆ ਕਰਦਾ ਸੀਗਾ, ਤਾਂ ਉਸੇ ਗਿਲੋਟਿਨ ਦੁਆਰਾ ਹੀ ਉਹਨੂੰ ਕੀ ਕੀਤੀ ਗਈ ਸੀ, ਉਹਦਾ ਗਰਦਨ ਕੱਟ ਕੇ ਉਹਨੂੰ ਸਜ਼ਾ ਜਿਹੜੀ ਸੀ ਉਹ ਦਿੱਤੀ ਗਈ ਸੀ।
ਹੁਣ ਪਾਵਰਸ ਕਿਹਦੇ ਕੋਲੇ ਆ ਗਈ ਸੀ ਬਈ, ਹੁਣ ਪਾਵਰ ਜਿਹੜੀ ਸੀ ਜੈਕੋਬਨਸ ਕੋਲੇ ਨਹੀਂ ਸੀ ਪਾਵਰ, ਹੁਣ ਜਿਹੜੇ ਗਿਡੋਨਸ ਸੀਗੇ, ਠੀਕ ਹੈ ਨਾ, ਗਿਡੋਨਜਨ ਸੀਗੇ, ਉਹਨਾਂ ਕੋਲ ਪਾਵਰ ਜਿਹੜੀ ਸੀ ਉਹ ਆ ਗਈ ਸੀ, ਠੀਕ ਹੈ ਨਾ। ਜਿਹੜਾ ਦੂਸਰਾ ਗਰੁੱਪ ਸੀਗਾ, ਜੇ ਕਲੱਬ ਦੂਸਰਾ ਕਲੱਬ ਸੀਗਾ, ਉਹਦੇ ਕੋਲ ਪਾਵਰ ਆ ਗਈ ਸੀ, ਠੀਕ ਹੈ। ਅੱਛਾ, ਫਿਰ ਉਸ ਜਿਹੜਾ ਸੀਗਾ ਸ਼ਾਸਨ ਦਾ ਅੰਤ ਹੋਇਆ, ਤੇ ਫਿਰ ਇਸ ਤੋਂ ਬਾਅਦ ਇੱਕ ਨਵੀਂ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਹੁੰਦੀ ਹੈ, ਜਿਹਨੂੰ ਅਸੀਂ ਡਾਇਰੈਕਟਰੀ ਦੇ ਨਾਮ ਨਾਲ ਜਾਣਦੇ ਹਾਂ। 1795 ਤੋਂ ਲੈ ਕੇ 1799 ਤੱਕ ਦਾ ਇਹ 5 ਮੈਂਬਰੀ ਡਾਇਰੈਕਟਰੀ ਰਹਿੰਦੀ ਹੈ। ਇਹ 5 ਮੈਂਬਰੀ ਇਸ ਕਰਕੇ ਬਣਾਈ ਜਾਂਦੀ ਹੈ ਵੀ ਕਿਉਂਕਿ ਕਿਤੇ ਇਹ ਨਾ ਹੋਵੇ ਵੀ ਰੋਬਸਪੀਅਰ ਦੀ ਤਰ੍ਹਾਂ ਹੀ ਦੂਸਰੇ ਵਿਅਕਤੀ ਕੋਲ ਪਾਵਰ ਜ਼ਿਆਦਾ ਆ ਜੇ ਤੇ ਉਹ ਆਪਣੀ ਪਾਵਰ ਦਾ ਮਤਲਬ ਬੇਮਤਲਬ ਇਸਤੇਮਾਲ ਜਿਹੜਾ ਸੀ ਉਹ ਕਰਨਾ ਸ਼ੁਰੂ ਕਰ ਦੇ। ਅੱਛਾ ਬਈ, ਹੁਣ ਇਹਦੇ ਵਿੱਚ ਡਾਇਰੈਕਟਰੀ 'ਚ ਕੌਣ ਸੀਗੇ ਜੀ? ਵਪਾਰੀ ਲੋਕ ਸੀਗੇ, ਪੜ੍ਹੇ ਲਿਖੇ ਲੋਕ ਸੀਗੇ, ਠੀਕ ਹੈ ਨਾ, ਇਹ ਲੋਕ ਇਹਦੇ ਵਿੱਚ ਸ਼ਾਮਲ ਸੀਗੇ। ਤੇ ਇਹਨੇ ਕੀ ਕੀਤਾ ਜੀ, ਨਵਾਂ ਸੰਵਿਧਾਨ ਬਣਾਇਆ 1795 ਦੇ ਵਿੱਚ। ਵੋਟ ਦਾ ਅਧਿਕਾਰ ਦੇਖੋ, ਵੋਟ ਦਾ ਅਧਿਕਾਰ ਪਹਿਲਾਂ 21 ਸਾਲ ਤੋਂ ਉੱਪਰ ਸਾਰੇ ਪੁਰਸ਼ਾਂ ਨੂੰ ਦੇ ਦਿੱਤਾ ਗਿਆ ਸੀ, ਪਰ ਇਹਨੇ ਵੋਟ ਦੇ ਅਧਿਕਾਰ ਨੂੰ ਸੀਮਿਤ ਕਰਤਾ। ਸਿਰਫ ਜਿਹੜੇ ਭੂਮੀ ਵਾਲੇ ਵਿਅਕਤੀ ਸੀ ਉਹਨਾਂ ਨੂੰ ਸਿਰਫ ਵੋਟ ਦਾ ਅਧਿਕਾਰ ਦਿੱਤਾ ਗਿਆ। 5 ਮੈਂਬਰੀ ਡਾਇਰੈਕਟਰੀ ਆਪਾਂ ਗੱਲ ਕਰ ਚੁੱਕੇ ਹੈਗੇ, ਠੀਕ ਹੈ। ਤੇ ਇਸ 5 ਮੈਂਬਰੀ ਡਾਇਰੈਕਟਰੀ ਦਾ ਜਿਹੜਾ ਖਾਸ ਬੰਦਾ ਸੀਗਾ ਨੈਪੋਲੀਅਨ ਸੀਗਾ, ਕਿਉਂਕਿ ਜਿਹੜੇ ਯੁੱਧ ਬਾਕੀ ਦੇਸ਼ਾਂ ਨਾਲ ਚੱਲ ਰਹੇ ਸੀ ਤਾਂ ਉਸ ਯੁੱਧ ਦੇ ਵਿੱਚ ਜਿਹੜੀ ਵੱਡੀ ਭੂਮਿਕਾ ਨਿਭਾ ਰਿਹਾ ਸੀਗਾ ਉਹ ਨੈਪੋਲੀਅਨ ਨਿਭਾ ਰਿਹਾ ਸੀਗਾ। ਇੱਕ ਛੋਟੇ ਜਿਹੇ ਅਹੁਦੇ ਤੋਂ ਹੁੰਦਾ ਹੋਇਆ ਇਹ ਵੱਡੇ ਆਰਮੀ ਦੇ ਜਨਰਲ ਤੱਕ ਪਹੁੰਚਿਆ ਸੀਗਾ। ਤਾਂ ਇਹਦੀ ਇਸ ਕਰਕੇ ਇਹ ਖਾਸ ਸੀਗਾ ਡਾਇਰੈਕਟਰੀ ਦਾ, ਠੀਕ ਹੈ ਨਾ, ਕਿਉਂਕਿ ਇੱਕ ਪਾਸੇ ਤਾਂ ਇਹ ਮਤਲਬ ਆਪਣੀ ਡਾਇਰੈਕਟਰੀ ਦੇ ਨਾਲ ਜੁੜਿਆ ਹੋਇਆ ਸੀਗਾ, ਤੇ ਦੂਸਰਾ ਨੈਪੋਲੀਅਨ ਦੀ ਵਜ੍ਹਾ ਕਰਕੇ ਫਰਾਂਸ ਨੂੰ ਯੁੱਧਾਂ ਦੇ ਵਿੱਚ ਜਿੱਤ ਹਾਸਲ ਹੋ ਰਹੀ ਸੀਗੀ, ਤੇ ਜਿਹਦੇ ਕਰਕੇ ਫਰਾਂਸ ਦੇ ਲੋਕਾਂ ਦੇ ਵਿੱਚ ਨੈਪੋਲੀਅਨ ਦਾ ਮਾਣ ਸਨਮਾਨ ਵੱਧਦਾ ਜਾ ਰਿਹਾ ਸੀਗਾ, ਠੀਕ ਹੈ ਨਾ। ਇਹ ਆਪਾਂ ਦੇਖਾਂਗੇ ਫਿਰ ਇਹੀ ਕਾਰਨ ਬਣਦਾ ਵੀ ਦੁਬਾਰਾ ਫਿਰ ਨੈਪੋਲੀਅਨ ਜਿਹੜਾ ਹੈਗਾ ਫਰਾਂਸ ਦੀ ਸੱਤਾ ਦੇ ਉੱਪਰ ਅਧਿਕਾਰ ਕਰ ਲੈਂਦਾ, ਠੀਕ ਹੈ। ਅੱਛਾ ਬਈ, 1799 ਤੱਕ ਡਾਇਰੈਕਟਰੀ ਦਾ ਸ਼ਾਸਨ ਚੱਲੇਗਾ। ਫਿਰ ਉਸ ਤੋਂ ਬਾਅਦ ਆ ਜਾਂਦਾ ਜੀ ਕੰਸੂਲੇਟ ਦਾ ਸ਼ਾਸਨ, ਠੀਕ ਹੈ, ਜਿਹਨੂੰ 1799 ਤੋਂ 1804 ਤੱਕ ਦਾ ਮੰਨਦੇ ਸੀ, ਠੀਕ ਹੈ। ਇਹ 3 ਕੰਸੂਲ ਬਣਾਉਂਦਾ ਬਈ। ਹੁਣ ਪਾਵਰ ਜਿਹੜੀ ਹੈਗੀ, ਕਿਉਂਕਿ 1799 ਤੱਕ ਆਉਂਦੇ ਪਾਵਰ ਜਿਹੜੀ ਸੀਗੀ ਇਹ ਨੈਪੋਲੀਅਨ ਦੇ ਹੱਥ ਦੇ ਵਿੱਚ ਆ ਚੁੱਕੀ ਸੀ, ਤਾਂ 3 ਕੰਸੂਲ ਬਣਾਉਂਦਾ ਹੈ। ਪਹਿਲਾ ਕੰਸੂਲ ਆਪ ਹੀ ਬਣਦਾ ਹੈਗਾ, ਠੀਕ ਹੈ ਜੀ, ਸਭ ਤੋਂ ਵੱਡੀ ਪਾਵਰ ਜਿਹੜੀ ਉਹ ਨੈਪੋਲੀਅਨ ਹੁੰਦਾ ਹੈਗਾ। 1804 ਤੱਕ ਆਉਂਦੇ ਇਹ ਸਾਰੇ ਕੰਸੂਲ ਖਤਮ ਕਰ ਦਿੱਤੇ ਜਾਂਦੇ ਨੇ, ਤੇ ਨੈਪੋਲੀਅਨ ਟੋਟਲੀ ਪਾਵਰ ਜਿਹੜੀ ਆਪਣੇ ਹੱਥ ਦੇ ਵਿੱਚ ਲੈ ਲੈਂਦਾ। ਕੀ ਕਰਦਾ ਬਈ, ਇਹ ਚਰਚ ਖਲਾਉਂਦਾ ਹੈ, ਜਿਹੜੇ ਬਾਅਦ ਦੇ ਵਿੱਚ ਪਹਿਲਾਂ ਉਹ ਜੈਕੋਬਨ ਨੇ ਬੰਦ ਕਰਵਾਤੇ ਸੀਗੇ ਚਰਚ, ਠੀਕ ਹੈ ਨਾ। ਤੇ ਇਹ ਚਰਚ ਖਲਾਉਂਦਾ ਹੈਗਾ। ਇਹਦਾ ਮਤਲਬ ਇਹਦੀ ਸੋਚ ਹੁੰਦੀ ਹੈ ਵੀ ਜਿਹੜੇ ਧਰਮ ਹੈ ਜਿਹੜਾ ਉਹ ਲੋਕਾਂ ਲਈ ਜ਼ਰੂਰੀ ਹੈਗਾ, ਤੇ ਲੋਕ ਤੇ ਬਹੁਤ ਸਾਰੇ ਲੋਕ ਜਿਹੜੇ ਸੀ, ਜਿਵੇਂ ਹਿਟਲਰ ਨੇ ਕੰਮ ਕੀਤੇ ਨਾ, ਉਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਇਹ ਰਾਸ਼ਟਰਵਾਦ ਦਾ ਇੱਕ ਨਾਰਾ ਲਾ ਕੇ ਇਹ ਸੱਤਾ ਦੇ ਵਿੱਚ ਆਇਆ, ਤੇ ਲੋਕਾਂ ਨੂੰ ਇਹਨੇ ਮਤਲਬ ਆਪਣਾ ਹਮਦਰਦ ਬਣਾਇਆ, ਤੇ ਇੱਕ ਲੰਬੇ ਸਮੇਂ ਤੱਕ ਇਹਨੇ ਫਰਾਂਸ ਦੇ ਉੱਪਰ ਜਿਹੜਾ ਸੀ ਰਾਜ ਕੀਤਾ ਸੀਗਾ, ਠੀਕ ਹੈ। ਤੇ ਚਲੋ ਇੱਕ ਆਪਾਂ ਹੋਰ ਲਾਸਟ ਗੱਲ ਕਰਦੇ ਹਾਂ ਇਹਦੇ ਵਿੱਚ, ਓਲੰਪ ਦਾ ਗਾਊਜ਼ਸ, ਠੀਕ ਹੈ। ਓਲੰਪ ਦਾ ਗਾਊਜ਼ਸ, ਜਦੋਂ ਆਪਾਂ ਮਹਿਲਾ ਮਾਰਚ ਕੀਤਾ ਸੀ ਤਾਂ ਉਸ ਮਹਿਲਾ ਮਾਰਚ ਦੇ ਨਾਲ ਹੀ ਜੁੜੀ ਹੋਈ ਘਟਨਾ ਹੈ ਇੱਕ ਓਲੰਪ ਦੀ ਗਾਊਜ਼ਸ। ਇੱਕ ਲੇਡੀ ਸੀਗੀ ਜਿਹੜੀ ਪੋਲੀਟੀਕਲ ਆਗੂ ਸੀਗੀ, ਹੈ ਨਾ। ਇਹ ਕਿਉਂਕਿ ਮਹਿਲਾਵਾਂ ਨੂੰ ਅਧਿਕਾਰ ਨਹੀਂ ਮਿਲੇ ਸੀਗੇ, ਤਾਂ ਮਹਿਲਾਵਾਂ ਨੂੰ ਅਧਿਕਾਰ ਦਿਵਾਉਣ ਦੇ ਲਈ ਸੰਘਰਸ਼ ਕਰਦੀ ਸੀਗੀ, ਠੀਕ ਹੈ। ਇਹਨੇ ਕਾਫੀ ਲੰਬੀ ਲੜਾਈ ਲੜੀ ਹੈ, ਤੇ ਪਰ ਜਿਹੜੇ ਜੈਕੋਬਨ ਸੀ ਇਹਦੇ ਖਿਲਾਫ ਸੀਗੇ ਉਹ। ਅੱਛਾ, ਖਿਲਾਫ ਹੋਣ ਕਰਕੇ ਫਿਰ ਕੀ ਕੀਤਾ ਗਿਆ, ਇਹਨੂੰ ਵਿਦਰੋਹੀ ਦਾ ਦਰਜਾ ਦੇ ਕੇ ਬਾਅਦ ਵਿੱਚ ਇਹਨੂੰ ਵੀ ਗਿਲੋਟਿਨ ਦੁਆਰਾ ਕੀ ਕੀਤੀ ਗਈ ਸੀ, ਸਜ਼ਾ ਸੁਣਾ ਦਿੱਤੀ ਗਈ। ਇੱਕ ਲੇਡੀ ਸੀ ਓਲੰਪ ਦਾ ਗਾਊਜ਼ਸ, ਠੀਕ ਹੈ, ਇੰਪੋਰਟੈਂਟ ਹੈ ਜੀ ਇਹ। ਠੀਕ ਹੈ, ਠੀਕ ਹੈ। ਤੇ ਨੈਪੋਲੀਅਨ ਬਈ, ਠੀਕ ਹੈ, ਨੈਪੋਲੀਅਨ ਦਾ ਆਪਾਂ ਕਦੇ ਪਾਰਟੀਕੂਲਰ ਤੌਰ ਤੇ ਪੜਾਂਗੇ। ਤੇ 1804 ਤੋਂ ਲੈ ਕੇ ਵਾਟਰਲੂ ਦੀ ਲੜਾਈ 1815 ਤੱਕ ਇਹਨੇ ਫਰਾਂਸ ਦੇ ਉੱਪਰ ਰਾਜ ਕੀਤਾ ਸੀਗਾ, ਤੇ ਕਾਫੀ ਮਹਾਨ ਸ਼ਾਸਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈਗਾ। ਜਿਵੇਂ ਆਪਾਂ ਕਹਿੰਦੇ ਸਮੁੰਦਰਗੁਪਤ, ਠੀਕ ਹੈ, ਵਾਟਰਲੂ ਲੜਾਈ ਦੇ ਵਿੱਚ ਤਾਂ ਹਾਰ ਗਿਆ ਸੀ ਦੇਖੋ ਇਹ, ਹਨਾ, ਪਰ ਸਮੁੰਦਰਗੁਪਤ ਸਾਡਾ ਨਹੀਂ ਹਾਰਿਆ ਸੀਗਾ, ਹਨਾ। ਅੱਛਾ ਬਈ, ਕੀ ਪ੍ਰਭਾਵ ਪਿਆ ਦੇਖੋ, ਫਰਾਂਸ ਦੀ ਕ੍ਰਾਂਤੀ ਰਾਜਾਸ਼ਾਹੀ ਤੋਂ ਚੱਲੀ ਹੈ, ਰਾਜਾਸ਼ਾਹੀ ਤੇ ਆ ਕੇ ਖਤਮ ਹੁੰਦੀ ਹੈ, ਠੀਕ ਹੈ ਨਾ। ਅੱਛਾ ਫਿਰ ਇਹਦੇ ਵਿੱਚ ਕੀ ਗੱਲਾਂ ਇਹਦੇ ਵਿੱਚ ਹੋਈਆਂ, ਤਾਂ ਇਸ ਤੋਂ ਬਾਅਦ ਬਹੁਤ ਸਾਰੇ ਦਾਸਾਂ ਨੂੰ ਅਧਿਕਾਰ ਮਿਲਣੇ ਸ਼ੁਰੂ ਹੋਏ, ਔਰਤਾਂ ਨੂੰ ਅਧਿਕਾਰਾਂ ਦੀ ਮੰਗ ਉੱਠਣ ਲੱਗੀ, ਸਮਾਨਤਾ ਸੁਤੰਤਰਤਾ ਦੀ ਗੱਲ ਉੱਠਣ ਲੱਗੀ, ਠੀਕ ਹੈ। ਉਹਨਾਂ ਚੀਜ਼ਾਂ ਨੂੰ, ਅੱਛਾ ਗਣਤੰਤਰ ਦੇਖੋ ਅਸੀਂ ਭਾਰਤ ਦੇ ਵਿੱਚ ਸ਼ਾਮਲ ਕੀਤਾ ਹੈਗਾ ਟੌਪਿਕ ਹੈ ਨਾ, ਫਰਾਂਸ ਤੋਂ ਲਿਆ ਹੈਗਾ ਨਾ। ਬਹੁਤ ਸਾਰੇ ਸਮਾਨਤਾ ਸੁਤੰਤਰਤਾ ਦੇ ਜਿਹੜੇ ਕੰਸੈਪਟ ਨੇ ਉਹ ਸਾਰੇ ਅਸੀਂ ਕਿਤੋਂ ਲਏ ਹੋਏ ਨੇ, ਫਰਾਂਸ ਤੋਂ ਲਏ ਹੋਏ ਨੇ। ਤਾਂ ਪੂਰੀ ਦੁਨੀਆ ਦੇ ਵਿੱਚ ਇਸ ਕ੍ਰਾਂਤੀ ਦਾ ਜਿਹੜਾ ਪ੍ਰਭਾਵ ਸੀ ਉਹ ਪੈਣਾ ਸ਼ੁਰੂ ਹੋ ਗਿਆ, ਤੇ ਹੌਲੀ ਜਾ ਕੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹ ਸਾਰੀਆਂ ਡਿਮਾਂਡਸ ਜਿਹੜੀਆਂ ਸੀਗੀਆਂ, ਜਿਵੇਂ ਔਰਤਾਂ ਨੂੰ ਬਰਾਬਰ ਹੱਕ ਦੇਣਾ, ਜੇ ਅਸੀਂ ਸਮਾਨਤਾ ਦੇਣੀ, ਸੁਤੰਤਰਤਾ ਦੇਣੀ, ਨਾ ਇਸ ਤਰ੍ਹਾਂ ਦੇ ਹੱਕਾਂ ਦੀ ਮੰਗ ਜਿਹੜੀ ਸੰਸਾਰ ਲੈਵਲ ਤੇ ਵੀ ਕੀਤੀ ਉਹ ਜਾਣ ਲੱਗੀ। ਅਸੀਂ ਕਹਿ ਸਕਦੇ ਹਾਂ ਵੀ ਫਰਾਂਸ ਦੀ ਕ੍ਰਾਂਤੀ ਦਾ ਜਿਹੜਾ ਅਸਰ ਹੈਗਾ ਦੁਨੀਆ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪਿਆ ਸੀ, ਬੜੇ ਵਿਸ਼ਾਲ ਲੈਵਲ ਤੇ ਪਿਆ ਸੀਗਾ, ਤੇ ਇਹਦਾ ਅਸਰ ਤੁਹਾਡੇ ਐਗਜ਼ਾਮ ਦੇ ਉੱਪਰ ਵੀ ਪੈਣਾ ਚਾਹੀਦਾ ਹੈ। ਜੇ ਤੁਹਾਡੇ ਐਗਜ਼ਾਮ ਵਿੱਚ ਚੰਗੇ ਨੰਬਰ ਆਉਂਦੇ ਨੇ ਤਾਂ ਮੈਂ ਮੰਨਦਾ ਵੀ ਤੁਹਾਡੇ ਫਰਾਂਸ ਦੀ ਕ੍ਰਾਂਤੀ ਦਾ ਅਸਰ ਜ਼ਰੂਰ ਪਿਆ, ਤੇ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਿਓ, ਰੀਡ ਕਰ ਲਿਓ। ਕੱਲ ਆਪਾਂ ਇਹਦੇ ਨਾਲ ਜੁੜੇ ਹੋਏ ਕੁਐਸਚਨ ਜਿਹੜੇ ਨੇ ਉਹ ਕਰਾਂਗੇ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਅੱਜ ਦੀ ਕਲਾਸ ਇਹ ਚੰਗੀ ਲੱਗੀ ਹੋਊਗੀ। ਜੇ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਤੇ ਆਪਣੇ ਸਾਥੀ ਮਿੱਤਰਾਂ ਨੂੰ ਇਸ ਚੈਨਲ ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰਵਾ ਦਿਓ। ਚਲੋ ਤਾਂ ਫਿਰ ਮਿਲਦੇ ਹਾਂ